एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸਾਰੇ ਹੀ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਸਿੱਧ ਗੋਸ਼ਟ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਕੱਲ ਅਸੀਂ 66 ਨੰਬਰ ਪੌੜੀ 66 ਪੌੜੀ ਜਿਹੜੀ ਹੈ ਉਹਦੀ ਵਿਚਾਰ ਕੀਤੀ ਸੀ। ਕੱਲ ਦੀ ਉਸ ਪੌੜੀ ਵਿੱਚ ਕੁਝ ਸਵਾਲ ਆਏ ਸਨ, ਜਿਨ੍ਹਾਂ ਦਾ ਜਵਾਬ ਸਤਿਗੁਰੂ ਜੀ ਨੇ ਅੱਜ ਪੌੜੀ ਨੰਬਰ 67 ਵਿੱਚ ਦਿੱਤਾ ਹੈ। ਪੌੜੀ ਨੰਬਰ 67 ਦਾ ਪਾਠ ਹਿਰਦਾ ਦੇ ਨਾ ਹੋਤੀ ਔਦੂ ਕਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨਾ ਹੋਤੋ ਤਾ ਨਿਜ ਕਰ ਬਸਤੂ ਪਵਨ ਅਨੁਰਾਗੀ। ਹਿਰਦਾ ਦੇ ਨਾ ਹੋਤੀ ਔਦੂ ਕਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਕਰ ਬਸਤੋ ਪਵਨ ਅਨੁਰਾਗੀ। रूप न रेखिया जात न होती तो अकिल लीन रह तो शब्द सो सार। गगन गौण जब तबे न हो तो त्रय भवन जोत आप निरंकार। वर्ण भेख असरूप सो एको एको शब्द विडाणी। साच बिना सूचा को नाही नानक अकथ कहानी। वर्ण भेख असरूप सो एको एको शब्द विडाणी। साच बिना सूचा को नाही नानक अकथ कहानी। सिद्ध गोष्ट विच दा मजमून चर्चा है। चर्चा विचों जो तत्त निकलेगा उस तत्त नूं ग्रहण करके करते पुरख प्रभु नाल परमेश्वर नाल मिलाप है। जिथे भी चर्चा होएगी सुभाविक है उत्थे सवाल पैदा होणगे। अगर सवालों का जवाब तसल्ली बख्श मिल जाए तो दूसरी धिर सहमत हो जाती है, पर जे सवालों का जवाब तसल्ली बख्श ना होवे
ਤਾਂ ਫਿਰ ਕਈ ਵਾਰੀ ਵਾਦ ਵਿਵਾਦ ਬਹਿਸ ਵਿਵਾਸਲਾ ਵੀ ਚੱਲ ਪੈਂਦਾ ਹੈ। ਔਰ ਕਈ ਵਾਰੀ ਚਰਚਾ ਵਿੱਚ ਨਿੱਜੀ ਜਿੱਦ ਜਿਹੜੀ ਹੈ ਉਹ ਚਰਚਾ ਦੀ ਮੂਲ ਭਾਵਨਾ ਤੋਂ ਪਰੇ ਲੈ ਜਾਂਦੀ ਹੈ। ਤੋ ਇੱਥੇ ਤਾਂ ਆਪਣੇ ਆਪ ਨੂੰ ਧਰਮ ਦੇ ਮਾਰਗ ਤੇ ਚੱਲਣ ਵਾਲੇ, ਇਹ ਧਰਮੀ ਹੋਣ ਵਾਲੇ ਇਹ ਸਿੱਧਾਂ ਦੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ ਨੇ, ਕਈ ਸ਼ੰਕੇ ਪੈਦਾ ਹੁੰਦੇ ਹਨ। ਇਹ ਸਿੱਧ ਜਿਹੜੇ ਸਮਝਦੇ ਸਨ ਕਿ ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ, ਅਸੀਂ ਸਿੱਧੀ ਕਰ ਲਈ ਹੈ, ਸਿੱਧ ਕਰ ਲਿਆ ਹੈ, ਸਾਡੇ ਕੋਲ ਸ਼ਕਤੀਆਂ ਹਨ, ਜੋ ਚਾਹੁੰਦੇ ਹਾਂ ਪ੍ਰਾਪਤ ਕਰ ਲੈਂਦੇ ਹਾਂ, ਜੋ ਚਾਹੁੰਦੇ ਹਾਂ ਅਸੀਂ ਬਣਾ ਲੈਂਦੇ ਹਾਂ, ਸ਼ਕਤੀਆਂ ਦੇ ਨਾਲ ਅਸੀਂ ਦੁਨੀਆ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਇਹ ਸਿੱਧੀ ਦੀਆਂ ਸ਼ਕਤੀਆਂ ਪ੍ਰਾਪਤ ਕਰਕੇ ਇਹਨਾਂ ਸਿੱਧਾਂ ਨੂੰ ਆਪਣੇ ਆਪ ਤੇ ਬਹੁਤ ਮਾਣ ਸੀ, ਹੰਕਾਰ ਸੀ ਆਪਣੀ ਵਿਦਵਤਾ ਦੇ ਉੱਤੇ। ਇਹ ਹੰਕਾਰ ਦੀਆਂ ਟੀਸੀਆਂ ਦੇ ਚੜੇ ਬੈਠੇ ਸਿੱਧ ਪੱਥਰਾਂ ਵਿੱਚ ਰਹਿ ਕੇ ਇਹਨਾਂ ਦੇ ਦਿਲ ਵੀ ਪੱਥਰਾਂ ਵਰਗੇ ਹੋ ਗਏ। ਇਹਨਾਂ ਦੇ ਮਨ ਵਿੱਚੋਂ ਸਵਾਲ ਖਤਮ ਹੀ ਹੋਣ ਤੇ ਨਹੀਂ ਆਉਂਦੇ। ਉੱਥੇ ਦੇ ਉੱਥੇ ਹੀ ਜਿੱਥੋਂ ਸ਼ੁਰੂ ਕੀਤੀ ਸੀ ਆਪਾਂ ਸਿੱਧ ਗੋਸ਼ਟ, ਇਹ ਸਵਾਲ ਉੱਥੇ ਦੇ ਉੱਥੇ ਅੱਗੋਂ ਤੇ ਅੱਗੋਂ ਤੁਰੇ ਚੱਲੇ ਜਾ ਰਹੇ ਹਨ, ਕਰੀ ਜਾ ਰਹੇ ਹਨ। ਪਿਛਲੀਆਂ ਪੌੜੀਆਂ ਵਿੱਚ ਆਪਾਂ ਇੱਕ ਸਵਾਲ ਪੜ੍ਹਿਆ ਸੀ ਕਿ ਮਸਤ ਹਾਥੀ ਵਰਗੇ ਮਨ ਨੂੰ ਅਸੀਂ ਕਾਬੂ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਜੋ ਸਿੱਧਾਂ ਨੇ ਸਵਾਲ ਕੀਤਾ ਸੀ। ਕਈ ਜੁਗਤੀਆਂ ਦੇ ਨਾਲ ਕਈ ਢੰਗ ਤਰੀਕੇ ਵਰਤੇ, ਸਾਹ ਰੋਕਿਆ, ਸਵਾਸਾਂ ਨੂੰ ਰੋਕ ਲਿਆ, ਸਵਾਸਾਂ ਨੂੰ ਨਾੜੀਆਂ ਵਿੱਚ ਘੁਮਾ ਲਿਆ, ਪਰ ਕਾਮਯਾਬੀ ਨਹੀਂ ਮਿਲੀ, ਸਫਲਤਾ ਨਹੀਂ ਮਿਲ ਸਕੀ। ਗੁਰੂ ਸਾਹਿਬ ਜੀ ਨੇ ਉਸ ਵੇਲੇ ਉੱਤਰ ਦੇ ਕੇ ਗੱਲ ਸਮਝਾਈ ਸੀ ਵੀ ਸਿੱਧੋ, ਮਨ ਦੀ ਖੁਰਾਕ ਸਵਾਸ ਰੁਕਣੇ ਨਹੀਂ, ਜਾਂ ਸਵਾਸਾਂ ਨੂੰ ਕਿਸੇ ਵਿਸ਼ੇਸ਼ ਥਾਂ ਤੇ ਟਿਕਾਉਣਾ ਨਹੀਂ, ਜਾਂ ਸਵਾਸਾਂ ਨੂੰ ਘੁਮਾਉਣਾ ਨਹੀਂ। ਮਨ ਦੀ ਖੁਰਾਕ ਸ਼ਬਦ ਹੈ, ਮਨ ਦੀ ਖੁਰਾਕ ਸ਼ਬਦ ਹੈ। ਜਦੋਂ ਸ਼ਬਦ ਆਪਣੇ ਥਾਂ ਤੇ ਟਿਕ ਜਾਂਦਾ ਹੈ, ਜਦੋਂ ਇਹਨੂੰ ਟਿਕਾਣਾ ਮਿਲ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਇਹ ਸਾਰੀਆਂ ਜੁਗਤੀਆਂ ਮੁੱਕ ਜਾਂਦੀਆਂ ਹਨ। ਉਦਮ ਉਪਰਾਲੇ ਅਡੰਬਰ, ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਡੰਬਰ ਮੁੱਕ ਜਾਂਦੇ ਹਨ ਜਦੋਂ ਸ਼ਬਦ ਅੰਦਰ ਜਾ ਕੇ ਟਿਕ ਜਾਂਦਾ ਹੈ। ਸਹਿਜ ਤੇ ਆਤਮਕ ਅਟੋਲਤਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਜੁਗਤੀਆਂ ਜਾਂ ਇਹ ਸਵਾਲ ਜੋ ਅਸੀਂ ਕਰਦੇ ਹਾਂ ਉਹ ਮੁੱਕ ਜਾਂਦੇ ਹਨ। ਤੋ ਜੋ ਕੱਲ ਸਵਾਲ ਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖੇ 5 ਸਵਾਲ ਸਿੱਧਾਂ ਨੇ, ਉਹਦੇ ਵਿੱਚੋਂ ਪਹਿਲਾ ਸਵਾਲ ਉਹਨਾਂ ਨੇ ਕੀਤਾ ਸੀ ਵੀ ਇਹ ਜਦੋਂ ਇਹ ਪਾਤਸ਼ਾਹ ਸਰੀਰ ਹੀ ਨਹੀਂ ਸੀ, ਇਹਦੀ ਹੋਂਦ ਹੀ ਨਹੀਂ ਸੀ ਬਣੀ, ਇਨਸਾਨ ਬਣਿਆ ਹੀ ਨਹੀਂ ਸੀ, ਸਵਾਸ ਜਾਂ ਹਿਰਦਾ ਹੀ ਨਹੀਂ ਸੀ, ਉਸ ਵਕਤ ਮਨ ਕਿੱਥੇ ਟਿਕਿਆ ਸੀ? ਮਨ ਕਿੱਥੇ ਸੀ? ਮਨ ਦਾ ਘਰ ਕਿਹੜਾ ਸੀ? ਮਨ ਦਾ ਟਿਕਾਣਾ ਕਿੱਥੇ ਸੀ? ਫਿਰ ਜਦੋਂ ਸਰੀਰ ਨਹੀਂ ਸੀ, ਅਗਲਾ ਸਵਾਲ ਕੀਤਾ ਸੀ, ਫਿਰ ਨਾਭੀ ਵੀ ਨਹੀਂ ਸੀ। ਫਿਰ ਨਾਭੀ ਨਹੀਂ ਸੀ ਤਾਂ ਫਿਰ ਨਾਭੀ ਦੇ ਚੱਕਰ ਜਾਂ ਨਾਭੀ ਦੀ ਕਿਸ ਥਾਂ ਤੇ ਟਿਕੀ ਹੋਈ ਸੀ, ਕਿਹੜੀ ਥੰਮੀ ਨਾਲੇ ਖੜੀ ਸੀ, ਕਿਹੜਾ ਆਸਰਾ ਸੀ ਇਸਦਾ, ਕਿਸ ਪਿੱਲਰ ਦੇ ਉੱਤੇ ਇਹ ਨਾਭੀ ਜਿਹੜੀ ਖੜੀ ਸੀ, ਟਿਕ ਕੇ ਖੜੀ ਸੀ। ਤੇ ਉਸ ਵੇਲੇ ਫਿਰ ਪ੍ਰਾਣ ਜਿਹੜੇ ਸਨ, ਜਿਹੜੇ ਸਵਾਸ ਜਿਹੜੇ ਸਨ, ਉਸ ਕਿਸ ਘਰ ਵਿੱਚ ਟਿਕੇ ਹੋਏ ਸਨ? ਕਿੱਥੇ ਸਨ? ਕਿੱਥੇ ਟਿਕੇ ਹੋਏ ਸਨ? ਕਿਸ ਦੇ ਆਸਰੇ ਤੇ ਉਹ ਚੱਲਦੇ ਸਨ? ਜਦੋਂ ਕੋਈ ਰੂਪ ਨਹੀਂ ਸੀ, ਰੇਖ ਨਹੀਂ ਸੀ, ਜਦੋਂ ਕੋਈ ਸਰੀਰ ਨਹੀਂ ਸੀ, ਜਦੋਂ ਫਿਰ ਇਹ ਸ਼ਬਦ ਨੇ ਉਸ ਵਕਤ ਕਿੱਥੇ ਲਿਵ ਲਾਈ ਹੋਈ ਸੀ? ਸ਼ਬਦ ਕਿੱਥੇ ਟਿਕਿਆ ਹੋਇਆ ਸੀ? ਤੇ ਸ਼ਬਦ ਦਾ ਟਿਕਾਣਾ ਕਿਹੜਾ ਸੀ? ਜਦੋਂ ਮਾਂ ਦੀ ਰੱਤ ਤੇ ਪਿਤਾ ਦੇ ਬਿੰਦ ਤੋਂ
ਇਹ ਬਣਿਆ ਸਰੀਰ ਹੀ ਨਹੀਂ ਸੀ, ਫਿਰ ਤਦੋਂ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਕੌਣ ਪਾਉਂਦਾ ਸੀ, ਕੌਣ ਲਾ ਜਾ ਸਕਦਾ ਸੀ, ਉਹਦੀ ਮਿੱਤ ਕੌਣ ਜਾਣਦਾ ਸੀ, ਉਸ ਵਿੱਚ ਮਨ ਕਿਵੇਂ ਲਿਵਲਾਉਂਦਾ ਸੀ, ਕਿਵੇਂ ਟਿਕਦਾ ਸੀ। ਤੇ ਫਿਰ ਆਖਰੀ ਪੰਜਵਾਂ ਸਵਾਲ ਜਿਹੜਾ ਸਿੱਧਾ ਨੇ ਕੀਤਾ, ਜਿਸ ਪ੍ਰਭੂ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਸ਼ਕਲ ਨਹੀਂ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਵੇਖਿਆ ਕਿਵੇਂ ਜਾ ਸਕਦਾ ਹੈ? ਉਹ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ, ਕਿਵੇਂ ਦੇਖਿਆ ਜਾ ਸਕਦਾ ਹੈ? ਇਸ ਪੌੜੀ ਦੀ ਜਿਹੜੀ ਆਖਰੀ ਪੰਕਤੀ ਸੀ, ਜੋ ਪਿਛਲੀ ਪੌੜੀ ਦੀ, ਨਾਨਕ ਨਾਮ ਰਤੇ ਬੈਰਾਗੀ ਇਬਦਲ ਸਾਚੋ ਸਾਚਾ, ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਇਸ਼ਾਰੇ ਮਾਤਰ ਉੱਤਰ ਕੱਲ ਸਿੱਧਾ ਨੂੰ ਦਿੱਤਾ ਸੀ, ਜਿਹਦੀ ਵਿਚਾਰ ਅਸੀਂ ਕੱਲ ਕੀਤੀ ਸੀ। ਇਹ ਨਾਨਕ, ਪ੍ਰਭੂ ਦੇ ਨਾਮ ਵਿੱਚ ਰਤੇ ਹੋਏ ਵਿਰਾਗਵਾਨ ਜਿਹੜੇ ਹਨ, ਵਿਰਾਗੀ ਹਨ, ਉਹਨਾਂ ਨੂੰ ਹਰ ਸਮੇਂ ਹੀ ਸੱਚਾ ਪ੍ਰਭੂ ਦੀ ਹੋਂਦ ਮਹਿਸੂਸ ਪ੍ਰਤੀਤ ਹੁੰਦੀ ਹੈ, ਭਾਵੇਂ ਉਹ ਜਦੋਂ ਸਰੀਰ ਦੀ ਹੋਂਦ ਹੈ ਤੇ ਭਾਵੇਂ ਉਸ ਸਮੇਂ ਸਰੀਰ ਦੀ ਹੋਂਦ ਨਾ ਹੋਵੇ। ਰੱਬੀ ਪਿਆਰੇ ਹਮੇਸ਼ਾ ਹੀ ਪ੍ਰਭੂ ਦੀ ਹੋਂਦ ਦਾ ਆਨੰਦ ਮਾਣਦੇ ਰਹਿੰਦੇ ਹਨ, ਉਹਦਾ ਆਨੰਦ ਲੈਂਦੇ ਰਹਿੰਦੇ ਹਨ। ਅੱਜ ਦੀ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਸਿੱਧਾਂ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਜਵਾਬਾਂ ਨੂੰ ਬੜੇ ਵੇਰਵੇ ਸਹਿਤ ਦਿੱਤਾ। ਉਹ ਅੱਜ ਦੀ ਪੌੜੀ ਸ਼ੁਰੂ ਹੁੰਦੀ ਹੈ, ਹਿਰਦਾ ਦੇ ਨ ਹੋਤੀ ਔਦੂ ਤੋ ਮਨ ਸੁਨ ਰਹਿ ਬੈਰਾਗੀ। ਔਦੂ ਦਾ ਅਰਥ ਜੋਗੀ, ਦੇਹ ਦਾ ਅਰਥ ਸਰੀਰ, ਤੋ ਉਸ ਸਮੇਂ ਸੁਨ, ਸੁਨ ਲਫ਼ਜ਼ ਪਿੱਛੇ ਵੀ ਆ ਗਿਆ, तो सुन का लफ्जी अर्थ है अफुर, जिथे कोई फुरना नहीं, अफुर प्रभु जिन्हों असीं छूनिया कर दिंदे, कुछ नहीं सी, सिर्फ प्रभु सी, होर कुछ भी नहीं सी। बैरागी का अर्थ है बैरागवान, मन जिहड़ा सी, बैरागी मन लई लफ्ज वरत्या गया, भी मन बैरागमन होके, वैरागमन होके ये मन उत्थे टिकिया सी। तो सतगुरु जी कहन लगे, हे सिद्धो, हे औदू, जदों हिरदा नहीं सी, ना शरीर सी, तदों ये विरागमन मन विरागी बन के अपने निज स्वरूप, निर्गुण स्वरूप, अफुर प्रभु, निर्गुण प्रभु, सूक्ष्म प्रभु दे विच टिकिया होया सी। उदों इहदी होंद ही नहीं सी बनी, जदों ये संसार नहीं सी बनिया, जदों ये शरीर नहीं बनिया, जदों ये देह नहीं बनी, तां उदों कित्थे सी मन? उदों मन अपने निज स्वरूप विच टिकिया सी, उस निर्गुण प्रभु दे विच, उस सुन स्वरूप। ये जोगी जदों हिरदा नहीं सी, देह नहीं सी, संसार अजे बनिया ही नहीं सी, जदों होंद च ही नहीं सी आया, तो उस वक्त मन सुन विच समाया होया सी। सुन विच की समाया सी? सुन की हुंदा? जिथे कुछ भी नहीं, सुनम सान, कुछ ना देखण वाला सी, ना कोई दिसण वाला सी, ना कोई देखण वाला सी, ना कोई दिखण वाला सी। तो ये लफ्ज सुन जिहड़ा है बड़े डूंघे जे अर्थ भाव रखता है। उस वक्त जदों कुछ भी नहीं सी, तां केवल प्रभु अपने सूक्ष्म स्वरूप विच सी, जो दिसदा नहीं सी, अदृष्ट, अखां नाल देखिया नहीं सी जा सकदा, दृष्टि विच नहीं सी, क्योंकि कुछ है ही नहीं सी। अपने मूल स्वरूप, सूक्ष्म रूप स्वरूप दे विच परमेश्वर सी।
जो कुछ असी वेखते हाँ इन अखां दे नाल, जां जो कुछ ये पैदा होया वो उहदा सरगम स्वरूप है। जो असी दिखदा, जो दृष्टि विच आ जाता है, जो देखण विच आ सकता है, जो अखां नाल असी देखते हाँ, ये असल च सरगम स्वरूप है उस परमेश्वर का। ये सरगम स्वरूप दे विच निर्गुण का निवास है। सरगम स्वरूप दे विच निर्गुण का भाव उस अफुर का वासा इस सरगम स्वरूप दे विच है, क्योंकि ये दिसदा है पर है वो सूक्ष्म, इन्हां अखां नाल देखिया ही नहीं जा सकता। वखणियां बयान हन, दूजियां हन, जिन्हां नाल प्यारे दा दीदार होना है जां प्यारे दा दर्शन हुंदा है। असी तुसी सारे सरगम स्वरूप हाँ, क्योंकि साडा कोई रूप है, साडा कोई रूप है, साडा आकार है, साडी कोई शक्ल है। जिहदी शक्ल है, जिहदा आकार है, जिहदा कोई रूप है, जिहदा कोई रंग है, वो सरगम स्वरूप है। इस करके असी तुसी रब नहीं, पर रब साडे विच रहिंदा है। रब साडे विच रहिंदा है। असी तुसी रब नहीं है, पर रब साडे विच रहिंदा है। गुरु पातशाह जी जिहड़ी गल समझाउंदे सिद्धां नूं भी रब साडे विच रहिंदा है। निर्गुण प्रभु सरगुण दे अंदर समाया होया है, क्योंकि हुण आकार साडा सरगुण आकार है, पर उहदा कोई आकार है ही नहीं, वो तो जोत स्वरूप है। जिहड़ा जोत स्वरूप परमेश्वर है वो कदी भी बिनसनहार नहीं है। जिहड़ा दिसदा है, जो दृष्टि विच आउंदा है, वो बिनसनहार है। तो दूजे लफ्जां 'च कह लईए कि सरगुण स्वरूप बिनसनहार है, पर ये जिहदे विच निर्गुण स्वरूप वस रहा वो कदी बिनसनहार नहीं, वो सदा कायम रहने वाला है। वो अज भी है, तो जदों ये जगत नहीं सी बनिया, शरीर नहीं सी बनिया, होंद नहीं सी बनी, हिरदा देह नहीं सी हैगी, वो सरगुण निर्गुण स्वरूप, वो सूक्ष्म स्वरूप परमेश्वर उस वेले मौजूद सी। क्यों ये सरगुण स्वरूप नाशवान है। जोगियां नूं समझाउंदे ने, जोगियो देखो ये सरगुण स्वरूप नाशवान है। ये गल गुरु तेग बहादुर साहब जी ने भी ये समझाई है राग बसंत हंडोल दे विच। कहंदे साधो ये तन मिथ्या जानो, क्योंकि सरगुण स्वरूप है, झूठा है, पर जहां भीतर जो राम वस्त है साचो ताहे बखानो, भी ਇਹਦੇ ਵਿੱਚ ਜਿਹੜਾ ਜੋਤ ਵਸਦੀ ਹੈ ਉਹ ਸਦਾ ਕਾਇਮ ਰਹਿਣ ਵਾਲੀ ਹੈ। ਉਹਦਾ ਸਰੀਰਾਂ ਨਾਲ ਵਾਸਤਾ ਹੀ ਕੋਈ ਨਹੀਂ, ਉਹਦਾ ਰੂਪ ਨਾਲ ਆਕਾਰ ਨਾਲ ਕੋਈ ਵਾਸਤਾ ਹੀ ਨਹੀਂ ਹੈ। ਉਹਦਾ ਸਰੀਰ ਹੈ ਜਾਂ ਨਹੀਂ ਹੈ, ਉਹ ਹੈ। ਹੁਣ ਗੁਰੂ ਪਾਤਸ਼ਾਹ ਜੀ ਜਿਹੜੀ ਕਹਿਣ ਲੱਗੇ ਸਿੱਧੋ, ਇਹ ਜਿਹੜੇ ਉਹ ਪਰਮੇਸ਼ਰ ਹੈ ਉਹ ਸੱਚਾ ਜਿਹੜਾ ਹੈ, ਇਹਦੇ ਵਿੱਚ ਉਹਦੀ ਪਛਾਣ ਕਰੋ ਵੀ ਉਹ ਕੀ ਚੀਜ਼ ਹੈ। ਕਹਿੰਦੇ ਨੇ ਜਦੋਂ ਉਸਤਤ ਨਿੰਦਾ ਦੋ ਪਰਹਰ ਹਰ ਕੀਰਤ ਔਰ ਆਨੋ, ਜਦੋਂ ਹਿਰਦੇ 'ਚ ਉਹਦੀ ਕੀਰਤੀ ਹੁੰਦੀ ਹੈ, ਵਸ ਜਾਂਦੀ ਹੈ, ਜਦ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ। ਉਹ ਇਹਦਾ ਮਤਲਬ ਇਸ ਮਿੱਟੀ ਦੀ ਪੁਤਲੀ ਦੇ ਵਿੱਚ ਉਸ ਪਰਮੇਸ਼ਰ ਜਿਹੜਾ ਹੈ ਉਹਦਾ ਨਿਵਾਸ ਹੈ, ਪਰ ਅਸੀਂ ਉਹਨੂੰ ਦੇਖਿਆ ਨਹੀਂ। ਉਹ ਹੁਣ ਇਹ ਹੈ ਸੀ ਜਾਂ ਨਹੀਂ ਸੀ, ਜਦੋਂ ਬਣੀ ਨਹੀਂ ਸੀ ਉਦੋਂ ਵੀ ਉਹ ਸੀ, ਕਿਉਂਕਿ ਉਹ ਜੋਤ ਸਰੂਪ ਹੈ, ਉਹ ਖਤਮ ਹੋਣ ਵਾਲਾ ਨਹੀਂ। ਜਿਹੜਾ ਜੋਤ ਸਰੂਪ ਹੈ ਉਹ ਕਦੇ ਮਰਦਾ ਨਹੀਂ, ਕਦੇ ਜਿਉਂਦਾ ਨਹੀਂ, ਕਦੇ ਆਉਂਦਾ ਨਹੀਂ, ਕੋਈ ਜਾਂਦਾ ਨਹੀਂ। ਉਹ ਜੋਤ ਸਰੂਪ ਹੈ, ਉਹਦੀ ਜੋਤ ਹੈ ਜੋ ਟਿਕਦੀ ਹੈ। ਜੋਤ ਸਰੂਪ ਪ੍ਰਭੂ ਦੀ ਜੋਤ ਕਦੇ ਆਉਂਦੀ ਹੈ, ਕਦੀ ਚਲੇ ਜਾਂਦੀ ਹੈ। ਉਹ ਉਹਦੀ ਮਰਜ਼ੀ ਹੈ, ਉਹਦਾ ਹੁਕਮ ਹੈ। ਉਹ ਟਿਕਾਉਂਦਾ ਹੈ, ਉਹ ਲੈ ਜਾਂਦਾ ਹੈ, ਪਰ ਉਹ ਦਿਸਦੀ ਨਹੀਂ, ਕਿਉਂਕਿ ਪਰਮੇਸ਼ਰ ਨਹੀਂ ਦਿਸਦਾ। ਇਸ ਵਾਸਤੇ ਉਹ ਜੋਤ ਸਰੂਪ ਜਿਹੜੀ ਜੋਤ ਉਹ ਵੀ ਨਹੀਂ ਸਾਨੂੰ ਦਿਸਦੀ। ਸੂਖਮ ਪ੍ਰਭੂ ਦੀ ਸੂਖਮ ਸਰੂਪ ਇਹ ਜਿਹੜੀ ਜੋਤ ਹੈ ਸੂਖਮ ਪ੍ਰਭੂ ਦੀ ਸੂਖਮ ਸਰੂਪ ਹੈ। ਇਹ ਵੀ ਸੂਖਮ ਹੈ, ਉਹ ਵੀ ਸੂਖਮ ਹੈ। ਰੱਬ ਹੈ ਸੁਣ,
ਹੁਣ ਇੱਥੇ ਸੁਣ ਦੀ ਗੱਲ ਹੈ, ਰੱਬ ਕਹਿੰਦੇ ਹੈ ਸੁਣ। ਸੁਣ ਕੀ ਹੈ? ਅਫੁਰ, ਪਰ ਹੈ ਹਰ ਥਾਂ ਦੇ ਉੱਤੇ। ਨਾ ਉਹ ਅੰਦਰ ਦਿਸਦਾ ਹੈ ਤੇ ਨਾ ਹੀ ਜੰਗਲਾਂ 'ਚ ਫਿਰ ਕੇ ਜੋਗੀ ਤੁਹਾਨੂੰ ਦਿਸਿਆ। ਨਾ ਤੁਹਾਨੂੰ ਆਪਣੇ ਅੰਦਰ ਤੁਸੀਂ ਦੇਖਿਆ ਉਹਨੂੰ, ਨਾ ਤੁਸੀਂ ਜੰਗਲਾਂ 'ਚ ਜਾ ਕੇ ਉਹਨੂੰ ਲੱਭ ਸਕੇ, ਕਿਉਂਕਿ ਤੁਸੀਂ ਉਸ ਨੂੰ ਆਪਣੇ ਨਾਲ ਵਸਦਾ ਹੋਇਆ ਸਮਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਉਹਦੀ ਹੋਂਦ ਨੂੰ ਸਮਝਿਆ ਹੀ ਨਹੀਂ, ਮੰਨਿਆ ਹੀ ਨਹੀਂ। ਸਿੱਧੂ ਉਸ ਅਫੁਰ ਹੈ, ਸੁਨ ਹੈ, ਉਹ ਸਰੂਪ, ਪਰ ਉਹਦੀ ਤਾਕਤ ਬਹੁਤ ਜ਼ਿਆਦਾ ਹੈ। ਇਹ ਨਾ ਸਮਝਣਾ ਵੀ ਜ਼ੀਰੋ, ਜਦੋਂ ਜ਼ੀਰੋ ਅਸੀਂ ਕਹਿ ਦਿੰਦੇ, ਸ਼ੂਨਿਆ ਕਹਿ ਦਿੰਦੇ, ਜ਼ੀਰੋ ਹੋ ਗਿਆ ਜੀ। ਪਰ ਦੇਖੋ ਜ਼ਰਾ ਆਪਾਂ ਤਾਕਤ ਕਿੰਨੀ ਹੈ। ਅਸੀਂ ਅੱਖਰ ਬਣਾਉਂਦੇ ਆ, ਅੱਖਰ ਲਿਖਦੇ ਆ, 1 2 3 ਹਿੰਸੇ ਲਿਖਦੇ ਆ। ਹਿੰਸਿਆਂ ਦਾ ਦੇਖੋ, 1 ਲਿਖਾਂਗੇ ਇੱਥੋਂ ਸ਼ੁਰੂ ਹੋਇਆ, ਇੱਥੇ ਆ ਕੇ ਮੁੱਕ ਗਿਆ। 2 ਲਿਖਿਆ, ਇੱਥੋਂ ਸ਼ੁਰੂ ਹੋਇਆ, ਇੱਥੇ ਆ ਕੇ ਖਤਮ ਹੋਇਆ। 3 ਲਿਖਿਆ, ਇੱਥੋਂ ਸ਼ੁਰੂ ਹੋਇਆ, ਇੱਥੇ ਮੁੱਕ ਗਿਆ। ਇਹਨਾਂ ਹਿੱਸਿਆਂ ਦਾ ਕੋਈ ਅੰਤ, ਆਦ ਵੀ ਹੈ, ਅੰਤ ਵੀ ਹੈ। ਪਰ ਕਦੀ ਜ਼ੀਰੋ ਦੇਖ ਕੇ ਦੇਖੋ, ਜ਼ੀਰੋ ਦਾ ਨਾ ਆਦ ਲੱਭੇਗਾ ਨਾ ਅੰਤ ਲੱਭੇਗਾ। ਉਹ ਚੱਕਰ ਹੈ, ਘੁੰਮਦਾ ਹੀ ਰਹੇਗਾ ਸਾਰਾ ਗਾਉਂ। ਕਿੱਥੋਂ ਸ਼ੁਰੂ ਹੋਈ ਕੋਈ ਪਤਾ ਨਹੀਂ। ਜ਼ਰਾ ਜ਼ੀਰੋ ਨੂੰ ਦੇਖੋ, ਬਣਾ ਕੇ ਦੇਖੋ। ਆਪਾਂ ਲਿਖ ਕੇ ਗੋਲ ਚੱਕਰ ਜਦੋਂ ਬਣਾ ਲੈਂਦੇ ਆ, 1 ਨੂੰ ਅਸੀਂ ਦੱਸ ਸਕਦੇ ਹਾਂ ਵੀ ਇੱਥੋਂ ਸ਼ੁਰੂ ਹੋਇਆ, ਇੱਥੇ ਚੱਲਿਆ। 2 ਇੱਥੋਂ ਸ਼ੁਰੂ ਹੋਇਆ, ਇੱਥੇ ਹਿੰਸਾ ਲਿਖਿਆ। 3 ਇੱਥੋਂ ਸ਼ੁਰੂ ਹੋਇਆ। ਪਰ ਜ਼ੀਰੋ ਤਾਂ ਇੱਕ ਚੱਕਰ ਹੈ, ਜਿਹਦਾ ਕਿੱਥੋਂ ਸ਼ੁਰੂ ਹੋਇਆ, ਕਿੱਥੇ ਮੁੱਕ ਗਿਆ, ਇਹਦਾ ਕੋਈ ਪਤਾ ਨਹੀਂ। ਹੁਣ ਇਹ ਸ਼ੂਨਯ ਸਰੂਪ ਜਾਂ ਸੁੰਧ ਸਰੂਪ ਪਰਮੇਸ਼ਰ ਦਾ ਚੱਕਰ ਕਦੋਂ ਦਾ ਹੈ, ਕੀ ਹੈ, ਕਿਸ ਤਰ੍ਹਾਂ ਹੈ, ਇਹ ਵਾਹਿਗੁਰੂ ਦੀਆਂ ਖੇਡਾਂ ਵਾਹਿਗੁਰੂ ਜਾਣਦਾ ਹੈ। ਪਰ ਇਹ ਹੈ ਵੀ ਉਹ ਸਦਾ ਲਈ ਹੈ। ਇਹ ਸਰੀਰ ਹੈ ਸੀ ਜਾਂ ਨਹੀਂ ਹੈ ਸੀ, ਜਾਂ ਇਹ ਸਰੀਰ ਦੇਹ ਹੈਗੀ ਸੀ ਜਾਂ ਨਹੀਂ ਹੈਗੀ ਸੀ, ਇਹ ਗੁਰੂ ਪਾਤਸ਼ਾਹ ਨੂੰ, ਜੋਗੀਆਂ ਨੂੰ ਇਹ ਗੱਲ ਸੁਣਦੇ ਵੀ ਉਹ ਜਿਹੜਾ ਮਨ ਸੀ, ਵਿਰਾਗਵਾਨ ਹੋ ਕੇ ਆਪਣੇ ਮੂਲ ਰੂਪ, ਜੋਤ ਰੂਪ ਹੋ ਕੇ ਉਸ ਪਰਮੇਸ਼ਰ ਦੇ ਵਿੱਚ ਉਸ ਵੇਲੇ ਟਿਕਿਆ ਹੋਇਆ ਸੀ। ਉਸ ਵੇਲੇ ਮਨ ਜਿਹੜਾ ਉੱਥੇ ਟਿਕਿਆ ਹੋਇਆ ਸੀ। ਤਾਂ ਇਹ ਪ੍ਰਭੂ ਜਿਹੜਾ ਹੈ, ਇਹ ਅੱਜ ਵੀ ਹੈ, ਉਦੋਂ ਵੀ ਸੀ, ਹੁਣ ਵੀ ਹੈ। ਤੇ ਇਹ ਉਹਦੇ ਗੁਣਾਂ ਨੂੰ ਨਾ ਆਪਾਂ ਕਹਿ ਸਕਦੇ ਹਾਂ। ਕਦੋਂ ਬਣਿਆ? ਗੁਰੂ ਪਾਤਸ਼ਾਹ ਕਹਿੰਦੇ ਨਾ, ਉਸਤਤ ਕਹਿ ਨਾ ਜਾਏ ਤੁਮਾਰੀ, ਕੌਣ ਕਹੇ ਤੂੰ ਕਦ ਕਾ। ਕੌਣ ਕਹਿ ਸਕਦਾ ਤੂੰ ਕਦੋਂ ਦਾ ਹੈ? ਤੇਰੀ ਵਡਿਆਈ ਤੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਕੋਈ ਦੱਸ ਸਕਦਾ ਤੂੰ ਕਦੋਂ ਦਾ ਹੈ, ਕਦੋਂ ਬਣਿਆ, ਕਦੋਂ ਸ਼ੁਰੂ ਹੋਇਆ? ਪਰ ਉਹ ਸੁਨ ਹੈ, ਅਫੁਰ ਹੈ। ਸਾਡੇ ਸਾਰੇ ਜਗਤ ਦੀ ਬਣਾਵਟ, ਇਹ ਕੁਦਰਤ ਦੀ ਬਣਾਵਟ ਉਹਦੇ ਵਿੱਚ ਸਮਾਈ ਹੋਈ ਹੈ। ਜਦੋਂ ਇਹ ਸਿੱਧੋ ਬ੍ਰਹਿਮੰਡ ਨਹੀਂ ਸੀ ਬਣਿਆ, ਕੇਵਲ ਸੁਨ ਪ੍ਰਭੂ ਆਪ ਸੀ, ਹੋਰ ਅਵਸਥਾ ਵੀ ਸੀ, ਤਾਂ ਉਸ ਵਕਤ ਮਨ ਵੀ ਨਹੀਂ ਸੀ। ਜੇ ਉਸ ਵੇਲੇ ਮਨ ਵੀ ਨਹੀਂ ਸੀ, ਕਿਉਂਕਿ ਮਨ ਵੀ ਤਾਂ ਉਸਨੇ ਹੀ ਪੈਦਾ ਕਰਨਾ ਸੀ, ਮਨ ਵੀ ਤਾਂ ਉਸਨੇ ਬਣਾਉਣਾ ਸੀ। ਜਦੋਂ ਉਹ ਕੇਵਲ ਮਨ ਹੀ ਉਸ ਵੇਲੇ ਕੇਵਲ ਆਪ ਹੀ ਸੀ, ਨਾ ਉਸ ਵੇਲੇ ਮਨ ਸੀ, ਨਾ ਹਿਰਦਾ 'ਚ ਦੇਹ ਨਹੀਂ ਸੀ, ਸਰੀਰ ਨਹੀਂ ਸੀ, ਤਾਂ ਮਨ ਵੀ ਨਹੀਂ ਸੀ। ਫਿਰ ਮਨ ਕਿੱਥੇ ਸੀ? ਮਨ ਆਪਣੇ ਸੁਨ ਵਿੱਚ ਸਮਾਇਆ ਹੋਇਆ ਸੀ। ਮਨ ਉਸ ਅਹੁਰ ਪਰਮੇਸ਼ਰ ਦੇ ਵਿੱਚ ਸਮਾਇਆ ਹੋਇਆ ਸੀ। ਇਹ ਗੁਰੂ ਪਾਤਸ਼ਾਹ ਕਹਿੰਦੇ ਨੇ, ਹਿਰਦਾ ਦੇ ਨਾ ਹੋਤੀ ਉਦੋਂ ਤੋਂ ਮਨ ਸੁਨ ਰਹੇ ਬੈਰਾਗੀ। ਵੀ ਜਦੋਂ ਜੋਗੀ ਸਰੀਰ ਨਹੀਂ ਸੀ, ਇਹ ਹਿਰਦਾ ਨਹੀਂ ਸੀ, ਤਾਂ ਇਹ ਬੈਰਾਗੀ ਮਨ ਨਿਰਗੁਣ ਪ੍ਰਭੂ ਵਿੱਚ ਟਿਕਿਆ ਹੋਇਆ ਸੀ, ਅਹੁਰ ਪ੍ਰਭੂ ਵਿੱਚ ਟਿਕਿਆ ਹੋਇਆ ਸੀ, ਸੁਨ ਪ੍ਰਭੂ ਵਿੱਚ ਟਿਕਿਆ ਹੋਇਆ ਸੀ। ਉਸ ਕਿਉਂਕਿ ਉਹਦਾ ਰੂਪ ਹੈ, ਉਹਦੇ ਵਿੱਚ ਟਿਕਿਆ, ਉਹਨੇ ਹੀ ਬਣਾਇਆ, ਉਹਨੇ ਹੀ ਬਣਾਉਣਾ ਹੈ। ਤੇ ਉਹਨੇ ਜੇ ਜਗਤ ਨਹੀਂ ਸੀ ਬਣਾਇਆ, ਉਦੋਂ ਮਨ ਉਹਦੇ ਨਾਲ ਆਰਾਮ ਨਾਲ ਵਿਰਾਗੀ ਹੋ ਕੇ ਆਨੰਦ ਮੌਜਾਂ ਨਾਲ ਕਰਦਾ ਸੀ ਆਪਣੀਆਂ, ਭਾਵ ਉਸ ਪਰਮੇਸ਼ਰ ਦੇ ਵਿੱਚ ਹੀ ਟਿਕਿਆ ਹੋਇਆ ਸੀ। ਹੁਣ ਗੁਰੂ ਸਾਹਿਬ ਜੀ ਨੇ ਇਹਦਾ ਜਵਾਬ ਦੇ ਦਿੱਤਾ ਵੀ ਸਿੱਧੋ ਜੇ ਸਰੀਰ ਨਹੀਂ ਸੀ ਤਾਂ ਮਨ ਵੀ ਨਹੀਂ ਸੀ। ਇਸ ਮਨ ਦੀ ਹੋਂਦ ਇੱਥੇ ਬਣਾਈ ਨਹੀਂ, ਇਹਦੇ ਨਾਲ ਹੀ ਬਣਾਉਣੀ ਸੀ ਨਾ। ਜਦੋਂ ਸਰੀਰ ਨਹੀਂ ਬਣਿਆ, ਦੇਹ ਨਹੀਂ ਸੀ, ਮਨ ਨਹੀਂ ਸੀ, ਮਨ ਕਿੱਥੇ ਸੀ? ਮਨ ਉਸ ਪਰਮੇਸ਼ਰ ਦੇ ਵਿੱਚ ਟਿਕਿਆ ਹੋਇਆ ਸੀ। ਤੋ ਨਾਭ ਕਮਲ ਸਤੰਭ ਨਾ ਹੋਤੋ, ਤਾਂ ਨਿਜ ਕਰ ਬਸਤੋ ਪਵਨ ਅਨੁਰਾਗੀ। ਕਹਿੰਦੇ
सिद्धो जे शरीर नहीं सी फिर नाभि भी नहीं सी, जे श्री नाभि नहीं सी फिर उन्हें सहारे की भी लोड़ नहीं सी। नाभि तो शरीर करके ही है ना, शरीर दे विच ही है ना। ਜਦੋਂ ਦੇਹ ਨਹੀਂ ਸੀ, ਸਰੀਰ ਨਹੀਂ ਸੀ, ਤਾਂ ਫਿਰ ਨਾਭੀ ਵੀ ਨਹੀਂ ਸੀ। ਜੇ ਨਾਭੀ ਨਹੀਂ ਸੀ ਤਾਂ ਉਹਨੂੰ ਕਿਸੇ ਸਤੰਭ ਦੀ ਜਾਂ ਕਿਸੇ ਸਹਾਰੇ ਦੀ ਲੋੜ ਨਹੀਂ ਸੀ। ਤੇ ਇਸ ਤਰ੍ਹਾਂ ਨਾਭੀ ਨਹੀਂ ਸੀ, ਥੰਮੀ ਨਹੀਂ ਸੀ, ਫਿਰ ਪਵਨ ਕਿੱਥੇ ਟਿਕਦੀ ਸੀ? ਉਹਦਾ ਨਿੱਜ ਘਰ ਕਿਹੜਾ ਸੀ? ਉਹ ਸਿੱਧੋ ਉਹ ਪਵਨ ਪੈਦਾ ਹੋਈ ਸੱਚੇ ਤੋਂ। ਪਵਨ ਪੈਦਾ ਕੀਤੀ ਸੱਚੇ ਨੇ, ਵਿਸ਼ਵਾਸ ਪੈਦਾ ਬਣਾਏ ਸੱਚੇ ਨੇ। ਤੇ ਉਦੋਂ ਕੀ ਸੀ? ਆਪਾਂ ਇਹ ਗੱਲ ਤਾਂ ਜਾਣਦੇ ਆ, ਸੱਚੇ ਤੇ ਪਵਨਾਂ ਤੇ ਆ, ਪਵਨੇ ਤੇ ਜਲ ਹੋਏ। ਵੀ ਇਹ ਸੱਚ ਪਵਨ ਕਿੱਥੋਂ ਬਣੀ? ਸੱਚ ਤੋਂ। ਸਵਾਸ ਕਿਹਨੇ ਬਣਾਏ? ਸੱਚੇ ਨੇ। ਜੇ ਸੱਚੇ ਨੇ ਬਣਾਏ ਆ ਸਵਾਸ, ਤੇ ਉਹ ਵੀ ਸੁਣ ਤੋਂ ਪੈਦਾ ਨਹੀਂ ਸੀ ਹੋਈ। ਇਹਦਾ ਮਤਲਬ ਵਿਸ਼ਵਾਸ ਵੀ ਸੁਣ ਤੋਂ ਪੈਦਾ ਨਹੀਂ ਸੀ ਹੋਏ, ਉਹ ਵੀ ਸੁਣ ਵਿੱਚ ਸੀਗੇ, ਉਹ ਵੀ ਅਖੁਰ ਅਵਸਥਾ ਦੇ ਵਿੱਚ ਟਿਕੇ ਹੋਏ ਸੀ। ਜਦੋਂ ਉਹ ਸਰੀਰ ਨਹੀਂ ਸੀ ਬਣਿਆ ਜਾਂ ਇਹਦੀ ਹੋਂਦ ਨਹੀਂ ਸੀ ਬਣੀ, ਇਹ ਸਿੱਧੋ ਇਹ ਜੋਗੀਓ, ਉਦੋਂ ਨਾਭੀ ਵੀ ਨਹੀਂ ਸੀ ਬਣੀ। ਨਾਭੀ ਨੂੰ ਕਿਸੇ ਦਾ ਆਸਰੇ ਦੀ ਲੋੜ ਨਹੀਂ ਸੀ। ਉਦੋਂ ਪਵਨ ਕਿੱਥੇ ਸੀ? ਪਵਨ ਵੀ ਨਹੀਂ ਸੀ ਉਹਨੇ ਬਣਾਈ, ਉਹ ਵੀ ਉਹਦੇ ਵਿੱਚ ਟਿਕੀ ਹੋਈ ਸੀ, ਉਹ ਵੀ ਸੁੰਨ ਹੈ। ਉਹ ਵੀ ਆਪਣੇ ਨਿੱਜ ਘਰ ਵਿੱਚ ਬੈਠੀ ਸੀ, ਆਪਣੇ ਨਿੱਜ ਘਰ ਵਿੱਚ ਲੀਨ ਸੀ। ਜਦੋਂ ਇਹ ਬਣਿਆ ਹੀ ਕੁਛ ਨਹੀਂ ਸੀ, ਜਬ ਆਕਾਰ ਇੱਕ ਇਛਨਾ ਦ੍ਰਿਸ਼ਟੇਤਾ, ਜਦੋਂ ਸੁਨ ਸੀ ਅਖੁਰ ਸੀ ਪ੍ਰਭੂ, ਤੇ ਉਦੋਂ ਪਵਨ ਕਿੱਥੋਂ ਪੈਦਾ ਹੋਣੀ ਸੀ? ਉਦੋਂ ਹੈ ਹੀ ਨਹੀਂ ਸੀ ਕੁਛ। ਤੇ ਗੁਰੂ ਪਾਤਸ਼ਾਹ ਅੱਗੇ ਕਹਿੰਦੇ, ਨਾਵ ਕਮਲ ਅਸਥੰਭ ਨਾ ਹੋਤੋ। ਤਾਂ ਨਿਜ ਘਰ ਬਸਤੋ, ਨਿਜ ਘਰ ਆਪਣੇ ਘਰ ਵਿੱਚ ਬਸਤੋ ਦਾ ਵਸਿਆ ਹੋਇਆ ਸੀ। ਪਵਨ ਅਨੁਰਾਗੀ, ਅਨੁਰਾਗੀ ਦਾ ਅਰਥ ਦਾ ਪਿਆਰ, ਅਨੁਰਾਗ ਦਾ ਅਰਥ ਦਾ ਪਿਆਰ, ਪ੍ਰੇਮੀ ਬਣ ਕੇ ਬਹੁਤ ਹੀ ਪਿਆਰ ਨਾਲ। ਕਹਿੰਦੇ ਨੇ ਜਦੋਂ ਨਾਭੀ ਚੱਕਰ ਥੰਮੀ ਨਹੀਂ ਸੀ, ਤਦੋਂ ਪ੍ਰਾਨ ਪ੍ਰਭੂ ਦਾ ਆਸ਼ਕ ਬਣ ਕੇ, ਪ੍ਰੇਮੀ ਬਣ ਕੇ ਆਪਣੇ ਅਸਲ ਘਰ ਪ੍ਰਭੂ ਵਿੱਚ ਹੀ ਵਸਦੇ ਸੀ। ਉਹਦਾ ਅਸਲ ਘਰ ਕਿਹੜਾ ਸੀ? ਪ੍ਰਭੂ ਦਾ ਅਸਲ ਘਰ ਕੀ ਹੈ? ਪਵਨ ਦਾ ਅਸਲ ਘਰ ਕੀ ਹੈ? ਪਰਮੇਸ਼ਰ ਕਿਉਂ ਬਣਾਇਆ ਕਿਹਨੇ ਹੈ? ਪਰਮੇਸ਼ਰ ਨੇ ਜਿਹਨੇ ਬਣਾਇਆ ਉਹਦਾ ਮੂਲ ਹੈ ਨਾ। ਉਹਦਾ ਮੂਲ ਉਦੋਂ ਉੱਥੇ ਸੀ, ਉਦੋਂ ਮੂਲ ਦੇ ਵਿੱਚ ਹੀ ਟਿਕੇ ਹੋਏ ਸੀ। ਜਦੋਂ ਹਿਰਦਾ ਨਹੀਂ ਸੀ, ਦੇਹ ਨਹੀਂ ਸੀ, ਰੂਪ ਨਹੀਂ ਸੀ, ਰੰਗ ਨਹੀਂ ਸੀ, ਸੰਸਾਰਿਕ ਦ੍ਰਿਸ਼ਟੀ ਕੋਈ ਨਹੀਂ ਸੀ, ਕੁਛ ਵੀ ਨਹੀਂ ਸੀ, ਉਸ ਸਮੇਂ ਹੋਰ ਪ੍ਰਮਾਤਮਾ ਵਿੱਚ ਹੀ ਉਹ ਲੀਨ ਸੀ। ਉਹ ਸ਼ਬਦ ਜਿਸ ਤੋਂ ਉਤਪਤੀ ਹੋਈ ਹੈ, ਉਹ ਸ਼ਬਦ ਵੀ ਉਸੇ ਵਿੱਚ ਹੀ ਸਮਾਇਆ ਹੋਇਆ ਸੀ। ਤੁਸੀਂ ਕਿਹਾ ਸ਼ਬਦ ਕਿੱਥੇ ਟਿਕਦਾ ਸੀ? ਤਾਂ ਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਵੀ ਉਹਦੇ ਵਿੱਚ ਹੀ ਸਮਾਇਆ ਹੋਇਆ ਸੀ, ਸ਼ਬਦ ਵੀ ਕਿਤੇ ਹੋਰ ਨਹੀਂ ਸੀ। ਉਹ ਪ੍ਰਮਾਤਮਾ ਜਿਸ ਤੋਂ ਪਰੇ ਹੋਰ ਕੁਝ ਵੀ ਨਹੀਂ, ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੈ। ਉਹ ਪਾਰ ਪ੍ਰਭੂ ਆਪਣੇ ਸਹਾਰੇ ਤੇ ਆਪ ਹੀ ਜਿਹਾ ਹੈ, ਉਹਨੂੰ ਕਿਸੇ ਸਹਾਰੇ ਦੀ ਵੀ ਲੋੜ ਨਹੀਂ। ਉਹ ਪ੍ਰਭੂ ਨਿਰੋਲ ਉਹ ਹਾਲਤ ਵੀ ਆਪ ਪੈਦਾ ਕਰਦਾ ਹੈ ਜਦੋਂ ਆਪੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਉਹ ਆਪਣੀ ਕੁਦਰਤ ਰਚ ਕੇ ਵੀ ਆਪ ਹੀ ਵੇਖਦਾ ਹੈ। ਹਵਾ, ਪਾਣੀ, ਤੱਤ ਨਿਰੋਲ ਸੁਣ ਤੋਂ ਪੈਦਾ ਹੁੰਦੇ ਨੇ। ਸ੍ਰਿਸ਼ਟੀ ਰਚਨਾ ਸਰੀਰ ਤੇ ਸਰੀਰ ਦੀਆਂ ਕਿਲਿਆਂ ਦੇ ਇਹ ਰਾਜੇ ਜੀਵ ਉਸਨੇ ਪੈਦਾ ਕੀਤੇ ਹੈ। ਪੰਜਾਂ ਤੱਤਾਂ ਦੇ ਬਣੇ ਸਰੀਰ ਵਿੱਚ ਉਹਦੀ ਜੋਤ ਹੀ ਟਿਕੀ ਹੋਈ ਹੈ, ਉਹਦੀ ਪਰਮੇਸ਼ਰ ਦੀ ਸ਼ਕਤੀ ਵਿਚਰ ਰਹੀ ਹੈ। ਇਸ ਸਰੀਰ ਵਿੱਚ ਉਹਦੀ ਜੋਤ ਵਿਚਰ ਰਹੀ ਹੈ, ਉਹਦੀ ਸ਼ਕਤੀ ਵਿਚਰ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਾਰੂ ਰਾਗ 'ਚ ਇੱਕ ਬਚਨ ਲਿਖਿਆ, ਕਹਿੰਦੇ ਸੁਨ ਕਲਾ ਅਪਰੰਪਰ ਧਾਰੀ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਨਿਰਲੇਪ ਹੋਇਆ, ਕੁਛ ਨਹੀਂ, ਆਪੇ ਕੁਦਰਤ ਕਰ ਕਰ ਦੇਖੇ, ਸੁਨਣਾ ਸੁਨ ਉਪਾਇੰਦਾ। ਸੁਨ ਤੋਂ ਹੀ ਪੈਦਾ ਕੀਤਾ, ਅਫੁਰ ਅਵਸਥਾ 'ਚ ਉਹਨੇ ਪੈਦਾ ਕੀਤਾ, ਪਰ ਉਦੋਂ ਅਫੁਰ ਵਿੱਚ ਸੀ, ਉਦੋਂ ਨੇ ਪੈਦਾ ਨਹੀਂ ਸੀ ਕੀਤਾ। ਇਸ ਕਰਕੇ ਨਾ ਉਦੋਂ ਨਾਭੀ ਸੀ, ਨਾ ਉਦੋਂ ਪੌਣ ਸੀ। ਫਿਰ ਕਹਿੰਦੇ ਪੌਣ ਪਾਣੀ ਸੁੰਨੇ ਤੇ ਸਾਜੇ। ਇਹ ਪੌਣ ਪਾਣੀ ਜਿਹੜੇ ਇਹ ਸੁਣ ਤੋਂ ਪੈਦਾ ਹੋਏ ਆ। ਸੁਣ ਕੌਣ ਸੀ? ਅਫੁਰ ਪਰਮਾਤਮਾ। ਅਫੁਰ ਪਰਮਾਤਮਾ ਨੇ ਫਿਰ ਉਹ ਵੀ ਸਾਜੇ। ਫਿਰ ਉਹਨੇ ਕਿ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ।
सृष्टि पैदा की ते इस काया दे राजे जिहड़े सी साडे वो भी बना दिते। काया किला सी उत्ते राज करन वालियां चीज़ां दे इंद्रे भी बना दिते काया दे उत्ते। सृष्टि भी उन्हें बनाई। गगन पानी जियो जोत तुम्हारी सुनने कला रहाइंदा। अग विच पानी विच आकाश विच पताल विच तेरी जोत है। तेरी कुदरत तू ही जाने। बस ये रचना की खेड तो तू ही जानदा। पर इत्थे गल बड़ी स्पष्ट है भी हे सिद्धो हे जोगी जदों ये तुसी सवाल पूछा भी ये नाभि किस सहारे ते खड़ी सी। जे देह शरीर नहीं सी है ते जे देह शरीर नहीं सी तो नाभि की होंद भी नहीं सी। फिर इन्हूं किसी सहारे की लोड़ ही नहीं सी। श्वास कित्थे टिके हुए सी। श्वास जिथों बने पवन जिन्हें बनाई बनाउण वाले भी टिकी हुई सी। उन्हें पवन अजे बनाई ही नहीं सी ते श्वास अजे बनाए नहीं सन। श्वास तो लोड़ तां ही पैनी सी जे आकार बनदा ਜਾਂ ਕੁਦਰਤ ਬਣਦੀ। ਉਹਨੇ ਕੁਦਰਤ ਦਾ ਜੇ ਪਸਾਰਾ ਹੀ ਨਹੀਂ ਸੀ ਕੀਤਾ। ਜਦੋਂ ਉਹਨੇ ਕੁਦਰਤ ਦਾ ਪਸਾਰਾ ਨਹੀਂ ਸੀ ਕੀਤਾ ਫਿਰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ। ਤੇ ਕਿੱਥੇ ਸੀ ਉਹ ਆਪਣੇ ਮੂਲ ਸਰੂਪ ਆਪਣੇ ਇਸ਼ਟ ਵਿੱਚ ਆਪਣੇ ਮੂਲ ਸਰੂਪ ਵਿੱਚ ਉਸ ਅਫੁਰ ਵਿੱਚ ਆਨੰਦ ਲੈ ਕੇ ਪ੍ਰੇਮ ਨਾਲ ਮਸਤੀ ਵਿੱਚ ਉਹਦੇ ਵਿੱਚ ਉੱਥੇ ਟਿਕੇ ਹੋਏ ਸਨ। ਨਾਭ ਕਮਲ ਸਤੰਭ ਨਾ ਹੋਤੋ ਤਾਂ ਨਿਜ ਕਰ ਬਸਤੋ ਪਵਨ ਅਨੁਰਾਗੀ। रूप न रेखिया जात न होती तो कुलहीन रहतो शब्द सो सार। रूप शक्ल नहीं सी। हे सिद्धो शब्द तो सारा पसारा होया। शब्द की परमेश्वर वो शब्द ਉਹਦੇ ਅੰਦਰ ਸਮੋਇਆ ਹੋਇਆ ਸੀ। ਇੱਕ ਵਾਰ ਸ਼ਬਦ ਦੇ ਉਚਾਰਨ ਦੇ ਨਾਲ ਇੱਕ ਉਚਾਰਨ ਦੇ ਨਾਲ ਹੀ ਉਹਨੇ ਚਰਜ ਰੂਪ ਸੰਸਾਰ ਪੈਦਾ ਕਰ ਦਿੱਤਾ। ਇੱਕੋ ਹੀ ਕੀਤਾ ਨਾ, ਕੀਤਾ ਵਸਾਓ ਇੱਕੋ ਖਵਾਓ, ਦੂਜਾ ਨਹੀਂ, ਬਾਰ-ਬਾਰ ਨਹੀਂ, ਇੱਕੋ ਵਾਰੀ। ਜੋ ਕੁਛ ਹੈ ਇੱਕੋ ਵਾਰੀ ਹੈ। ਜੋ ਕੁਛ ਪਾਇਆ ਸੋ ਇੱਕਾ ਵਾਰ ਦੀ ਗੱਲ ਹੈ। ਇੱਕ ਹੁਕਮ ਨਾਲ ਹੀ ਸਭ ਕੁਝ ਕੀਤਾ, ਇੱਕ ਸ਼ਬਦ ਨਾਲ, ਇੱਕ ਬੋਲ ਦੇ ਨਾਲ। ਕਹਿੰਦੇ ਨੇ ਉਹ ਕਿੱਥੇ ਸੀ? ਕਹਿੰਦੇ ਉਹ ਸ਼ਬਦ ਉਹਦੇ ਵਿੱਚ ਸਮਾਇਆ ਹੋਇਆ ਸੀ, ਕਿਉਂਕਿ ਉਹਦਾ ਆਪਣਾ ਬੋਲ ਹੈ। ਜਿਵੇਂ ਅਸੀਂ ਬੋਲਦੇ ਹਾਂ, ਜਦ ਤੱਕ ਅਸੀਂ ਬੋਲਦੇ ਨਹੀਂ, ਬੋਲ ਸਾਡੇ ਅੰਦਰ ਹੈ, ਬੋਲ ਸਾਡੇ ਅੰਦਰ ਸਮਾਇਆ ਹੋਇਆ ਹੈ। ਬਿਲਕੁਲ ਇਹ ਬੋਲ ਉਸ ਪਰਮੇਸ਼ਰ ਦੇ ਅੰਦਰ ਸੀ, ਉੱਥੇ ਆਨੰਦ ਲੈ ਰਿਹਾ ਸੀ। ਉਹ ਜੋਗੀਓ, ਉਸ ਮਾਲਕ ਦੇ ਹੁਕਮ ਤੋਂ ਬਿਨਾ ਜਗਤ ਦੀ ਕੋਈ ਰੂਪ ਨਾ, ਕੋਈ ਰੂਪ ਰੇਖਾ ਸੀ, ਨਾ ਹੀ ਕੋਈ ਮਨ ਸੀ, ਤੇ ਨਾ ਹੀ ਦੇਹ ਸਰੂਪ ਸੀ, ਨਾ ਹੀ ਕੋਈ ਜਗਤ ਦੀ ਰੂਪ ਰੇਖਾ ਸੀ। ਤਾਂ ਅਕੁਲਹੀਨ ਦਾ ਮਤਲਬ ਅਕੁਲਹੀਨ, ਕੁੱਲ ਤੋਂ ਸਖਣਾ, ਜਿਹਦੀ ਕੁੱਲ ਕੋਈ ਨਹੀਂ। ਇਹ ਦੋ ਲਫ਼ਜ਼ਾਂ ਦਾ ਲਫ਼ਜ਼ ਇਕੱਠਾ ਕਰਕੇ ਬਣਾਇਆ, ਅਕੁਲ ਤੇ ਹੀਨ। ਅਕੁਲ ਹੁੰਦਾ ਕੁੱਲ ਰਹਿਤ, ਤੇ ਹੀਨ ਜਿਹਦੀ ਨਾ ਹੋਵੇ। ਅਕੁਲ ਰਹਿਤ ਹੀਨ, ਪਰਮੇਸ਼ਰ ਕੁੱਲ ਤੋਂ ਜੋ ਕਿਸੇ ਕੁੱਲ ਵਿੱਚ ਪੈਦਾ ਨਹੀਂ ਹੁੰਦਾ ਜਾਂ ਕਿਸੇ ਕੁੱਲ ਵਿੱਚ ਨਹੀਂ ਆਉਂਦਾ। ਇੱਥੇ ਸਤਿਗੁਰੂ ਕਹਿੰਦੇ ਵੀ ਜਦੋਂ ਇਹ ਜਗਤ ਦਾ ਕੋਈ ਰੂਪ ਨਹੀਂ ਸੀ, ਤਦੋਂ ਉਹ ਸ੍ਰੇਸ਼ਟ ਸ਼ਬਦ ਜੋ ਸੰਸਾਰ ਭਵਜਲ ਤੋਂ ਪਾਰ ਕਰਨ ਵਾਲਾ ਹੈ, ਕਿੱਥੇ ਸੀ? ਉਹ ਕੁੱਲ ਰਹਿਤ ਪ੍ਰਭੂ ਵਿੱਚ ਰਹਿੰਦਾ ਸੀ। ਸ਼ਬਦ ਸਾਰ, ਸਾਰ ਦਾ ਅਰਥ ਹੈ ਸ੍ਰੇਸ਼ਟ। ਸ਼ਬਦ ਸਭ ਤੋਂ ਸ੍ਰੇਸ਼ਟ। ਸ੍ਰੇਸ਼ਟ ਕਿਹੜਾ? ਜਿਹੜਾ ਸਭ ਤੋਂ ਵਧੀਆ। ਸਭ ਤੋਂ ਵਧੀਆ ਕਿਉਂ? ਜਿਹਨੇ ਮਾਰਗ ਦਰਸ਼ਨ ਕਰਨਾ, ਜਿਹਨੇ ਸੰਸਾਰ ਭਵਜਲ ਤੋਂ ਪਾਰ ਕਰਨਾ, ਸੰਸਾਰ ਦੁੱਤਰ ਸਾਗਰ ਤੋਂ ਤਾਰਨਾ ਹੈ, ਇਹ ਸ੍ਰੇਸ਼ਟ ਹੈ, ਸਭ ਤੋਂ ਵਧੀਆ ਹੈ। ਰੂਪ ਨਾ ਰੇਖਿਆ, ਜਾਤ ਨਾ ਹੋਤੀ। ਤੇ ਫਿਰ ਕੀ ਸੀ? ਇਹ ਵਧੀਆ ਸ਼ਬਦ ਉਸ ਅਕੁਲ ਪ੍ਰਮਾਤਮਾ ਦੇ ਵਿੱਚ, ਕੁੱਲ ਰਹਿਤ ਪ੍ਰਮਾਤਮਾ ਦੇ ਵਿੱਚ ਸਮਾਇਆ ਹੋਇਆ ਸੀ, ਉਹਦੇ ਵਿੱਚ ਹੀ ਲੀਨ ਸੀ, ਉਹਦੇ ਵਿੱਚ ਹੀ ਸਮਾਇਆ ਹੋਇਆ ਸੀ। ਹੁਣ ਸਤਿਗੁਰੂ ਜੀ ਇੱਥੇ ਗੱਲ ਸਮਝਾਉਂਦੇ ਹੈ ਵੀ ਜਿਸ ਦਿਨ ਮਾਲਕ ਦਾ ਸ਼ਬਦ ਪੈਦਾ ਹੋਇਆ, ਉਸੇ ਦਿਨ ਵਿੱਚ ਸਭ ਕੁਝ ਪੈਦਾ ਹੋਇਆ।
ਉਹਦੇ ਵਿੱਚ ਹੀ ਮਨ ਪੈਦਾ ਹੋਇਆ, ਉਦੋਂ ਹੀ ਰੂਪ ਪੈਦਾ ਹੋਏ, ਉੱਥੋਂ ਹੀ ਜਾਤ ਬਣੀ, ਉੱਥੋਂ ਹੀ ਸ਼ਕਲ ਬਣੀ, ਉੱਥੋਂ ਹੀ ਆਕਾਰ ਬਣੇ, ਉਹਦੇ ਚੋਂ ਹੀ ਹਿਰਦਾ ਬਣਿਆ, ਉਹਦੇ ਚੋਂ ਹੀ ਦੇਹ ਬਣੀ, ਉਹ ਸ਼ਬਦ ਵਿੱਚੋਂ ਹੀ, ਬੋਲ ਵਿੱਚੋਂ ਹੀ, ਉਹਦੇ ਵਿੱਚੋਂ ਹੀ ਮਨ ਦੇ ਰਹਿਣ ਦਾ ਟਿਕਾਣਾ ਬਣਿਆ। ਜਿਸ ਦਿਨ ਪਰਮੇਸ਼ਰ ਨੇ ਬੋਲ ਬੋਲਿਆ, ਪਰ ਇਸ ਤੋਂ ਪਹਿਲਾਂ ਜਦੋਂ ਉਹਨੇ ਬੋਲ ਨਹੀਂ ਸੀ ਬੋਲਿਆ ਤਾਂ ਉਹ ਮੂਲ ਪ੍ਰਭੂ ਦੇ ਵਿੱਚ ਹੀ ਟਿਕਿਆ ਹੋਇਆ ਸੀ, ਕਿਉਂਕਿ ਸ਼ਬਦ ਦਾ ਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ ਹੈ। ਸ਼ਬਦ ਵੀ ਪਰਮੇਸ਼ਰ ਦੇ ਦਰ ਦੇ ਬਚਨ ਹਨ। ਇਹਨੂੰ ਐਵੇਂ ਧੁਰਕੀ ਬਾਣੀ ਨਹੀਂ ਆਖਿਆ, ਇਹ ਬ੍ਰਹਮ ਵਿਚਾਰ ਐਵੇਂ ਨਹੀਂ ਕਿਹਾ, ਇਹ ਬ੍ਰਹਮ ਦੇ ਘਰ ਦੇ ਬੋਲ ਹਨ। ਇਹ ਸ਼ਬਦ ਉੱਥੋਂ ਪੈਦਾ ਹੋਇਆ। ਹੈ ਕਿੱਥੇ ਸੀ? ਬ੍ਰਹਮ ਦੇ ਘਰ ਵਿੱਚ, ਆਪਣੇ ਘਰ ਵਿੱਚ, ਨਿਜ ਘਰ ਵਿੱਚ, ਆਪਣੇ ਟਿਕਾਣੇ ਵਿੱਚ ਸ਼ਬਦ, ਕਿਉਂਕਿ ਉਸ ਪਰਮੇਸ਼ਰ ਦੇ ਹਨ। ਇਹ ਖਸਮ ਕੀ ਬਾਣੀ ਹੈ। ਖਸਮ ਕੌਣ ਹੈ? ਪਰਮੇਸ਼ਰ। ਬਾਣੀ ਦਾ ਅਰਥ ਹੈ ਬੋਲ। ਕਿਹਦੀ ਬਾਣੀ ਹੈ? ਖਸਮ ਦੇ ਬੋਲ ਕਿਵੇਂ ਹੈ? ਕਿਉਂਕਿ ਉਹਨੇ ਬੋਲ ਕੇ ਸਾਰਾ ਪਸਾਰਾ ਕੀਤਾ। ਇਹ ਉਹਦੇ ਵਿੱਚ ਨਿਜ ਸਰੂਪ ਵਿੱਚ ਹੀ ਲੀਨ ਸੀ। ਇਸੇ ਵਾਸਤੇ ਸ਼ਬਦ ਨੂੰ ਇੰਨੀ ਮਹਾਨਤਾ ਗੁਰੂ ਮਹਾਰਾਜ ਨੇ ਦਿੱਤੀ ਹੈ ਵੀ ਸ਼ਬਦ ਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੈ। ਇਹ ਤਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਹੈ। ਗੁਰਨਿਮਖ ਨਾ ਮਨ ਤੇ ਟਾਰੀ ਦੇ, ਕਰਕੇ ਤਾਂ ਵੇਖ ਲੈ। ਸ਼ਬਦ ਨਾਲ ਵਾਸਾ ਤਾਂ ਬਣਾ, ਸ਼ਬਦ ਦਾ ਟਿਕਾਣਾ ਤਾਂ ਬਣਾ ਆਪਣੇ ਅੰਦਰ। ਕਹਿੰਦੇ ਇੱਕ ਖਿੰਨ ਰਮ ਲੇਗਾ, ਗੁਰੂ ਤੱਕ ਪਹੁੰਚ ਬਣ ਜਾਏਗੀ। ਗੁਰੂ ਤੱਕ ਪਹੁੰਚ ਜਾਏਗੀ, ਸਾਰੇ ਭੌ ਮੁੱਕ ਜਾਣਗੇ। ਤੇਰੇ ਅੰਦਰ ਸਰਸਨ ਹਰਸਨ ਦੀ ਅਵਸਥਾ ਆ ਜਾਏਗੀ, ਖੁਸ਼ ਆਨੰਦ ਦੀ ਅਵਸਥਾ, ਕਿਉਂਕਿ ਸ਼ਬਦ ਉਸ ਮਾਲਕ ਦਾ ਹੈ। ਪਰ ਇਹ ਸਿੱਧੋ ਜਦੋਂ ਸਰੀਰ ਹੀ ਨਹੀਂ ਸੀ, ਸੰਸਾਰ ਹੀ ਨਹੀਂ ਸੀ, ਜਗਤ ਹੀ ਨਹੀਂ ਸੀ ਬਣਿਆ, ਤਾਂ ਇਹ ਦੁੱਤਰ ਸਾਗਰ ਨੂੰ ਤਾਰਨ ਵਾਲਾ ਜਿਹੜਾ ਸ਼ਬਦ ਸੀ, ਇਹ ਆਪਣੇ ਮੂਲ ਸਰੂਪ ਪਰਮੇਸ਼ਰ ਦੇ ਵਿੱਚ ਹੀ ਸਮਾਇਆ ਹੋਇਆ ਸੀ। ਰੂਪ ਨਾ ਰੇਖਿਆ ਜਾਤ ਨਾ ਹੋਤੀ, ਤੋ ਕੁਲ ਲੀਨ ਰਹਿ ਤੋ ਸ਼ਬਦ ਸੋ ਸਾਰ। ਗੌਣ ਗਗਨ ਜਬ ਤਬੈ ਨਾ ਹੋਤੋ, ਤ੍ਰਿਭਵਨ ਜੋਤ ਆਪੇ ਨਿਰੰਕਾਰ। ਵੀ ਜਦੋਂ ਇਹ ਗਗਨ ਦਾ ਅਰਥ ਹੈ ਆਕਾਸ਼, ਤੇ ਗੌਣ ਹੁੰਦਾ ਚੱਲਣਾ। ਗਵਨ ਨੂੰ, ਗਵਨ ਲਫ਼ਜ਼ ਹੈ ਨਾ, ਗਵਨ, ਗੌਣ, ਗਵਨ, ਗਵਨ ਹੁੰਦਾ ਚਾਲ, ਜਗਤ ਦੀ ਚਾਲ, ਜਗਤ ਦੀ ਹੋਂਦ। ਤੇ ਇੱਥੇ ਲਫ਼ਜ਼ ਵਰਤਿਆ ਗੌਣ, ਧਰਤੀ ਦੀ ਹੋਂਦ ਦਾ, ਜਗਤ ਦੀ ਹੋਂਦ ਦਾ। ਗਗਨ ਵਰਤਿਆ ਆਕਾਸ਼ ਲਈ। ਗਗਨ ਗੌਣ ਜਬ ਤਬੇ ਨਾ ਹੋਤੋ, ਵੀ ਜਦੋਂ ਇਸ ਜਗਤ ਦੀ ਹਸਤੀ ਨਹੀਂ ਸੀ, ਜਗਤ ਦੀ ਹਸਤੀ, ਧਰਤੀ ਦੀ ਹਸਤੀ ਨਹੀਂ ਸੀ, ਗੌਣ ਮਤਲਬ ਜਗਤ ਦੀ ਚਾਲ ਨਹੀਂ ਸੀ, ਜਦੋਂ ਆਕਾਸ਼ ਵੀ ਨਹੀਂ ਸੀ, ਆਕਾਸ਼ ਵੀ ਨਹੀਂ ਸੀ, ਕੇਵਲ ਸੁਨ ਸੀ, ਕੇਵਲ ਅਭੁਰ ਸੀ, ਕੇਵਲ ਦਾ ਕੇਵਲ ਪਰਮ ਪਿਤਾ ਪਰਮੇਸ਼ਰ ਸੀ। ਸਤਿਗੁਰੂ ਜੀ ਕਹਿ ਰਹੇ ਸਿੱਧੋ, ਜਦੋਂ ਜਗਤ ਦੀ ਹਸਤੀ ਨਹੀਂ ਸੀ, ਆਕਾਸ਼ ਨਹੀਂ ਸੀ, ਤਦੋਂ ਆਕਾਰ ਰਹਿਤ, ਆਕਾਰ ਰਹਿਤ ਗੌਣ ਗਗਨ ਜਬ ਤਬੇ ਨਾ ਹੋਤੋ, ਜਦੋਂ ਜਬ ਮੈਨੇ ਉਦੋਂ, ਉਸ ਟਾਈਮ, ਤਬੇ ਉਸ ਟਾਈਮ, ਅਸੀਂ ਕਹਿੰਦੇ ਨਾ ਉਦੋਂ ਉਸ ਵਕਤ, ਇਸ ਤਰ੍ਹਾਂ ਲਫ਼ਜ਼ ਵਰਤਿਆ ਗਿਆ, ਉਦੋਂ ਉਸ ਵਕਤ। ਕਦੋਂ? ਜਦੋਂ ਗੌਣ ਨਹੀਂ ਸੀ, ਗਗਨ ਨਹੀਂ ਸੀ, ਪਰ ਧਰਤੀ ਦੀ ਚਾਲ ਨਹੀਂ ਸੀ, ਧਰਤੀ ਹੋਂਦ ਵਿੱਚ ਨਹੀਂ ਸੀ, ਆਕਾਸ਼ ਨਹੀਂ ਸੀ, ਫਿਰ ਕੀ ਸੀ? ਤ੍ਰੈ ਭਵਨ ਜੋਤ ਆਪੇ ਨਿਰੰਕਾਰ। ਤਿੰਨਾਂ ਭਵਨਾਂ ਵਿੱਚ, ਉਸ ਤਰਲੋਕੀ ਤਿੰਨਾਂ ਭਵਨਾਂ ਚ ਵਿਆਪਕ ਜਿਹੜੀ ਜੋਤ ਹੈ, ਉਹ ਆਪਣੇ ਆਪ ਵਿੱਚ ਆਪ ਹੀ ਸੀ, ਨਿਰੰਕਾਰ ਦੇ ਵਿੱਚ ਟਿਕੀ ਹੋਈ ਸੀ। ਕਿਉਂਕਿ ਉਦੋਂ ਹੈ ਕੁਛ ਨਹੀਂ ਸੀ, ਉਦੋਂ ਤਾਂ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ ਸੀ। ਉਦੋਂ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਸੀ। ਉਹਨੇ ਤਾਂ ਆਪਣਾ
ਪਰਮੇਸ਼ਰ ਦੀ ਖੇਡ ਹੈ। ਸਰਗੁਣ ਸਰੂਪ ਵਿੱਚ, ਨਿਰਗੁਣ ਸਰੂਪ ਵਿੱਚ, ਸੁਰ ਸਮਾਧੀ ਅੰਦਰ ਉਹ ਪਰਮੇਸ਼ਰ ਲੀਨ ਸੀ। ਤੇ ਜਦੋਂ ਕਿ ਸਾਹਿਬ ਜੀ ਕਹਿਣ ਲੱਗੇ ਇਹ ਹੈ ਹੀ ਨਹੀਂ ਸੀ, ਬਣਾ ਹੀ ਨਹੀਂ ਸੀ, ਤਾਂ ਉਦੋਂ ਕੀ ਸੀ? ਉਹ ਪਰਮੇਸ਼ਰ ਆਪਣੇ ਆਪ ਵਿੱਚ ਆਪ ਹੀ ਸੀ, ਆਪਣੇ ਆਪ ਵਿੱਚ ਆਪ ਸੀ। ਤੇਰੇ ਭਗਵਾਨ ਜੋਤ ਆਪੇ ਨਿਰੰਕਾਰ, ਆਪੇ ਸੀ, ਹੋਰ ਕੁਝ ਹੈ ਨਹੀਂ ਸੀ, ਕੋਈ ਟਿਕਣ ਵਾਲਾ ਨਹੀਂ ਸੀ। ਗੁਰੂ ਪਾਤਸ਼ਾਹ ਜੀ ਨੇ ਸਿੱਧਾ ਨੂੰ ਸਮਝਾ ਕੇ ਇਹ ਗੱਲ, ਜਿਹੜੇ ਨੇ ਸਵਾਲ ਪੁੱਛੇ ਸੀ, ਚੰਗੀ ਤਰ੍ਹਾਂ ਉਹਨਾਂ ਨੂੰ ਵਿਆਖਿਆ ਸਹਿਤ ਗੱਲਾਂ ਸਮਝਾ ਦਿੱਤੀਆਂ। ਫਿਰ ਕਹਿੰਦੇ ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਤੇ ਸਿੱਧੋ ਉਹ ਸਦਾ ਕਾਇਮ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਸ ਹੈਰਾਨ ਕਰਦੇ ਹੋਏ ਪ੍ਰਭੂ ਦੇ ਅਸਰੂਪ ਸੋ ਏਕੋ ਵਰਨ ਭੇਖ, ਨਾ ਉਹਦਾ ਵਰਨ ਸੀ, ਨਾ ਉਹਦਾ ਭੇਖ ਸੀ, ਨਾ ਕੋਈ ਰੰਗ ਸੀ, ਨਾ ਉਹਦਾ ਸਰੂਪ ਸੀ, ਇੱਕੋ ਇੱਕ ਆਪ ਸੀ। ਕਹਿੰਦੇ ਫਿਰ ਕੀ ਸੀ? ਇੱਕੋ ਸ਼ਬਦ ਵਿਡਾਣੀ। ਕਹਿੰਦੇ ਨੇ ਸ਼ਬਦ ਜਿਹੜਾ ਹੈ ਇੱਕ ਹੈਰਾਨ ਕਰ ਦੇਣ ਵਾਲਾ ਅਚਰਜ ਰੂਪ ਸ਼ਬਦ, ਉਹ ਪ੍ਰਭੂ ਹੀ ਸੀ। ਪ੍ਰਭੂ ਤੇ ਸ਼ਬਦ ਦਾ ਕੋਈ ਅੰਤਰ ਹੀ ਨਹੀਂ ਸੀ। ਅਚਰਜ ਰੂਪ ਪ੍ਰਭੂ, ਸ਼ਬਦ ਰੂਪ ਪ੍ਰਭੂ ਹੀ ਸੀ ਉਸ ਵੇਲੇ। ਇਹ ਕ੍ਰਿਸ਼ਮਾ ਉਹਦੇ ਬੋਲਦਾ ਹੈ। ਇਹ ਸਿੱਧੋ ਸਾਰਾ ਕ੍ਰਿਸ਼ਮਾ ਉਹਦੇ ਬੋਲਦਾ ਹੈ, ਉਹਦੇ ਸ਼ਬਦਾਂ ਦਾ ਹੈ। ਉਹ ਸ਼ਬਦ ਪ੍ਰਭੂ ਤੇ ਸ਼ਬਦ ਪ੍ਰਭੂ ਵਿੱਚ ਤੇ ਪ੍ਰਭੂ ਸ਼ਬਦ ਵਿੱਚ ਰਹਿੰਦਾ। ਜਦੋਂ ਜਨਮ ਲੈ ਲੈਂਦਾ ਤਾਂ ਫਿਰ ਇਹ ਹੈਰਾਨ ਕਰ ਦੇਣ ਵਾਲੀ ਕੁਦਰਤ ਬਣਦੀ ਹੈ। ਜਦ ਤੱਕ ਉਹ ਜਨਮ ਨਹੀਂ ਲੈਂਦਾ ਤੇ ਉਹਦੇ ਚ ਟਿਕਿਆ ਹੋਇਆ ਹੈ, ਕਿਉਂਕਿ ਇਹ ਅਚਰਜ ਰੂਪ ਸ਼ਬਦ ਰੂਪ ਪ੍ਰਭੂ ਹੀ ਸੀ। ਵਰਨ ਭੇਖ ਅਸ ਰੂਪ ਸੋ ਏਕੋ, ਇੱਕੋ ਹੀ ਸੀ। ਇੱਕੋ ਸ਼ਬਦ ਵਿਡਾਣੀ, ਵਿਡਾਣੀ ਵਾਲਾ ਹਜ਼ਾਰ ਕਰ ਦੇਣ ਵਾਲਾ ਅਚਰਜ ਰੂਪ। ਉਹ ਜਗਤ ਦਾ ਮਾਲਕ ਕੇਵਲ ਉਹਦਾ ਰੂਪ ਇੱਕੋ ਹੀ ਸੀ, ਹੋਰ ਕੋਈ ਰੂਪ ਢੰਗ ਹੈ ਨਹੀਂ ਸੀ। ਤਾਂ ਫਿਰ ਸਤਿਗੁਰੂ ਜੀ ਕਹਿਣ ਲੱਗੇ ਉਸ ਸਮੇਂ ਜਦੋਂ ਇਹ ਹੈ ਹੀ ਨਹੀਂ ਸੀ ਤੇ ਫਿਰ ਕੀ ਸੀ? ਕਹਿੰਦੇ ਉਹਨੇ ਆਪ ਹੀ ਤਾਂ ਸਾਰਾ ਕੁਝ ਬਣਾਇਆ, ਇਹ ਰਚਨਾ ਵੀ ਤਾਂ ਉਹਦੀ ਆਪਣੀ ਹੈ ਨਾ। ਪਰ ਉਹਦੀ ਕੁਦਰਤ ਤੋਂ ਕੁਰਬਾਨ ਕਿਉਂ ਨਹੀਂ ਜਾਂਦੇ? ਸਿੱਧੋ ਆਪਾਂ ਤੁਸੀਂ ਅੱਜ ਗੱਲਾਂ ਕਰ ਰਹੇ ਹਾਂ, ਬੈਠੇ ਹਾਂ, ਵਿਚਾਰਾ ਕਰ ਰਹੇ ਹਾਂ, ਇਹ ਤਾਂ ਉਹਦੀ ਕੁਦਰਤ ਹੈ। ਪਰ ਜਦੋਂ ਅਸੀਂ ਵੀ ਨਹੀਂ ਸੀ, ਤੁਸੀਂ ਵੀ ਨਹੀਂ ਸੀ, ਜਦੋਂ ਹੈ ਨਹੀਂ ਸੀ, ਕੁਝ ਬਣਿਆ ਹੀ ਨਹੀਂ ਸੀ, ਉਦੋਂ ਸਿਰਫ ਸ਼ਬਦ ਸੀ। ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੂਆ ਤਾਣਿਆ। ਉਹਨੇ ਤਾਂ ਆਪੇ ਸਿੱਧ ਚੰਦੂਆ, ਆਕਾਸ਼ ਰੂਪੀ ਚੰਦੂਆ ਸਾਜਿਆ ਹੋਇਆ ਉਹਦੇ ਉੱਤੇ, ਐਡਾ ਵੱਡਾ ਚੰਦੂਆ। ਬਿਨ ਥੰਮਾ ਗਗਨ ਰਹਾਏ, ਸ਼ਬਦ ਨਿਸ਼ਾਨਿਆ, ਸ਼ਬਦ ਦਾ ਨਗਾਰਾ ਵੱਜਿਆ ਤੇ ਗਗਨ ਜਿਹੜਾ ਸੀ ਦੇਖੋ ਥੰਮਾ ਤੋਂ ਬਿਨਾਂ ਹੀ ਖੜਾ ਕਰ ਦਿੱਤਾ। ਇਸ ਮਾਲਕ ਦੀ ਕਿਆ ਕਮਾਲ ਹੈ। ਸੂਰਜ ਚੰਦ ਉਪਾਏ ਜੋਤ ਸਮਾਨਿਆ, ਪਰ ਨਾ ਉਦੋਂ ਸੂਰਜ ਸੀ, ਨਾ ਚੰਦਰਮਾ ਸੀ, ਨਾ ਆਕਾਸ਼ ਸੀ, ਨਾ ਧਰਤੀ ਸੀ, ਨਾ ਅੰਬਰ ਸੀ, ਨਾ ਚੰਦੋਆ ਸੀ। ਉਦੋਂ ਸ਼ਬਦ ਕਿੱਥੇ ਸੀ? ਉਦੋਂ ਪਰਮੇਸ਼ਰ ਦੇ ਸ਼ਬਦ ਇੱਕੋ ਹੀ ਸੀ, ਇੱਕੋ ਹੀ ਸੀ। ਵਰਨ ਭੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਹੈਰਾਨ ਕਰ ਦੇਣ ਵਾਲਾ ਸ਼ਬਦ ਜਿਹੜਾ ਸੀ। ਤੋ ਸਾਹਿਬ ਜੀ ਕਹਿੰਦੇ ਨੇ ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਕਥ ਕਹਾਣੀ। ਸਿੱਧੋ ਅਸਲ ਗੱਲ ਇਹ ਹੈ, ਤੱਤ ਦੀ ਗੱਲ ਇਹ ਹੈ। ਕੀ ਤੱਤ ਦੀ ਗੱਲ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ
ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾ, ਉਹਦੇ ਨਾਲ ਸਾਂਝ ਤੋਂ ਬਿਨਾ ਉਹਦੇ ਸਰੂਪ ਬਾਰੇ ਕੋਈ ਗੱਲ ਕਰ ਹੀ ਨਹੀਂ ਸਕਦਾ, ਸਹੀ ਸਰੂਪ ਨੂੰ ਬਿਆਨ ਕਰ ਹੀ ਨਹੀਂ ਸਕਦਾ। ਉਸ ਪਰਮੇਸ਼ਰ ਦੇ ਸਹੀ ਸਰੂਪ ਨੂੰ ਬਿਆਨ ਕੋਈ ਨਹੀਂ ਕਰ ਸਕਦਾ। ਪਰ ਇਹ ਵੀ ਗੱਲ ਨਾਲ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ, ਯਾਦ ਤੋਂ ਬਿਨਾ ਕੋਈ ਪਵਿੱਤਰ ਵੀ ਨਹੀਂ ਹੋ ਸਕਦਾ। ਸਾਚ ਬਿਨਾ ਸੂਚਾ ਕੋ ਨਹੀਂ, ਨਾਨਕ ਅਕਥ ਕਹਾਣੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੇ ਸਿੱਧੋ, ਉਸ ਪਰਮੇਸ਼ਰ ਦੇ ਅਕਥ ਕਹਾਣੀ ਨੂੰ ਏਦਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੇ ਸਹੀ ਸਰੀਰ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਨੂੰ ਤੋਂ ਬਿਨਾ, ਉਹਦੇ ਸਾਂਝ ਪਾਉਣ ਤੋਂ ਬਿਨਾ ਤਾਂ ਕੋਈ ਮਨੁੱਖ ਜਿਹੜਾ ਹੈ ਉਹ ਸੱਚਾ ਨਹੀਂ ਹੈ। ਸਿੱਧੋ ਤੁਸੀਂ ਆਪਣੇ ਆਪ ਨੂੰ ਉੱਤਮ ਗਿਣਦੇ ਹੋ, ਆਪਣੇ ਆਪ ਨੂੰ ਪਵਿੱਤਰ ਜੀਵਨ ਵਾਲਾ ਗਿਣਦੇ ਹੋ, ਆਪਣੇ ਆਪ ਨੂੰ ਸੰਸਾਰ ਤੋਂ ਵੱਡਾ ਗਿਣਦੇ ਹੋ, ਆਪਣੇ ਆਪ ਨੂੰ ਨਿਰੰਕਾਰ ਤੋਂ ਵੱਡਾ ਗਿਣਦੇ ਹੋ, ਪਰ ਖਿਆਲ ਕਰਿਓ ਸੁੱਚਾ ਕੌਣ ਹੈ? ਸੁੱਚਾ ਉਹ ਨਹੀਂ ਜਿਹਨੇ ਭੇਖ ਕਰ ਲਿਆ, ਸੁੱਚਾ ਉਹ ਨਹੀਂ ਜਿਹਨੇ ਦਿਖਾਵਾ ਕਰਕੇ ਡੰਬਰ ਕਰ ਲਏ, ਸੁੱਚਾ ਉਹ ਨਹੀਂ ਜਿਹਨੇ ਕੇਵਲ ਲੋਕਾਂ ਨੂੰ ਭਰਮਾ ਲਿਆ, ਸੁੱਚਾ ਉਹ ਨਹੀਂ ਜਿਨ੍ਹਾਂ ਨੇ ਆਪਣਾ ਘਰ-ਬਾਰ ਤਿਆਗ ਦਿੱਤਾ। ਤੇ ਸਿੱਧੋ ਕੌਣ ਸੁੱਚਾ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਦੇ ਅੰਦਰ ਸ਼ਬਦ ਦਾ ਵਾਸਾ ਹੋ ਗਿਆ, ਜਿਹਦੇ ਅੰਦਰ ਸ਼ਬਦ ਦਾ ਵਾਸਾ ਹੋ ਗਿਆ, ਉਹਦੇ ਨਾਮ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੈ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਨ ਤਕੀਆ ਤੇਰੋ, ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗੜਨ ਮੇਰਿਓ। हे ਮਾਲਕ ਪ੍ਰਭੂ ਜੀ, ਮੈਨੂੰ ਤੇਰਾ ਹੀ ਆਸਰਾ ਹੈ, ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ। ਇਹ ਕਹਿ, ਇਹ ਗੱਲ ਕਹੀਏ, ਨਾ ਕਿ ਆਪਣੇ ਸਿੱਧੀਆਂ ਦਾ ਹੰਕਾਰ ਕਰੀਏ। ਕੀ ਕਹੀਏ? हे ਮਾਲਕ ਤੂੰ ਹੀ ਮੇਰਾ ਖਸਮ ਹੈ, ਮੈਨੂੰ ਕੇਵਲ ਤਾਂ ਕੇਵਲ ਤੇਰਾ ਹੀ ਸਹਾਰਾ ਹੈ, ਤੇਰਾ ਹੀ ਆਸਰਾ ਹੈ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਤੂੰ ਮਾਲਕ ਹੈ ਮੇਰਾ, ਮੈਂ ਤਾਣ ਤਕਿਆ ਤੇਰਿਓ, ਮੈਨੂੰ ਤੇਰਾ ਹੀ ਆਸਰਾ, ਤੇਰਾ ਹੀ ਸਹਾਰਾ ਹੈ। ਸਾਜ ਸੁੱਚਾ ਸਦਾ ਨਾਨਕ, ਗੁਰ ਸ਼ਬਦ ਝਗੜਨ ਵੇਰਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਮਨੁੱਖ ਫਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਹੁਣ ਬਿਨਾਂ ਪ੍ਰਭੂ ਦੀ ਯਾਦ ਤੋਂ ਜੀਵਨ ਪਵਿੱਤਰ ਨਹੀਂ ਹੋ ਸਕਦਾ। ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਮਾਇਆ ਦੇ ਮੋਹ ਤੋਂ, ਹਰ ਵੇਲੇ ਦੇ ਝਗੜੇ ਤੋਂ ਛੁਟਕਾਰਾ ਪਾ ਲੈਂਦਾ ਹੈ। ਗੁਰ ਸ਼ਬਦ ਝਗੜਨ ਵੇਰਿਓ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਝਗੜ, ਮਾਇਆ ਦਾ ਹਰ ਵੇਲੇ ਦਾ ਖਹਿ ਜਿਹੜੀ ਮਾਇਆ ਦਾ ਰੌਲਾ ਰੱਪਾ, ਇਹ ਝਗੜਾ ਹੀ ਮੁੱਕ ਗਿਆ। ਪਰ ਕਿੱਥੋਂ? ਸ਼ਬਦ ਤੋਂ। ਜੇ ਨਹੀਂ ਸ਼ਬਦ ਆਇਆ ਤਾਂ ਸੁਭਲਾ ਸਾਚ ਬਿਨਾ ਕਾ ਹੋਵਤ ਸੂਚਾ। ਕਦੀ ਸੱਚੇ ਵਿੱਚ ਵਸਣ ਤੋਂ ਬਿਨਾਂ ਕੋਈ, ਸੱਚੇ ਦੀ ਯਾਦ ਵਿੱਚ ਜੁੜਨ ਤੋਂ ਬਿਨਾਂ ਕੋਈ ਸੁੱਚਾ ਹੋ ਸਕਦਾ? ਬਿਰਥੀ ਸਾਖਤ ਕੀ ਆਰਜਾ। ਸਿੱਧੂ ਦੇਖੋ, ਖਿਆਲ ਕਰੋ, ਆਪਣੇ ਆਪ ਨੂੰ ਉੱਤਮ ਕਹਿਣ ਦੀ ਬਜਾਏ ਉਹਦੇ ਵਿੱਚ ਲੀਨ ਹੋਣ ਦੀਆਂ ਗੱਲਾਂ ਤਕੀਏ। ਉਸਦੇ ਸਹੀ ਸਰੂਪ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਪਰ ਸਦਾ ਕਾਇਮ ਰਹਿਣ ਵਾਲੇ ਮਿਲਣ ਨੂੰ, ਪ੍ਰਭੂ ਨੂੰ ਮਿਲਣ ਤੋਂ ਬਿਨਾਂ ਅਸੀਂ ਕੁਛ ਨਹੀਂ ਦੱਸ ਸਕਦੇ। ਪਰ ਮਿਲਿਆ ਕਿਵੇਂ ਜਾਵੇ? ਸ਼ਬਦ ਰਾਹੀਂ, ਹੰਕਾਰ ਨਾਲ ਨਹੀਂ, ਅਭਿਮਾਨ ਨਾਲ ਨਹੀਂ, ਆਪਣੇ ਦਿਮਾਗ ਦੀ ਖੇਡਾਂ ਨਾਲ ਨਹੀਂ, ਆਪਣੇ ਆਪ ਨੂੰ ਉਸ ਦੇ ਹਵਾਲੇ ਕਰਕੇ, ਆਤਮ ਸਮਰਪਣ ਕਰਕੇ, ਆਪਣੇ ਆਪ ਨੂੰ ਉਸ ਪਰਮੇਸ਼ਰ ਦੇ ਨਾਲ ਜੋੜ ਕੇ, ਸ਼ਬਦ ਨਾਲ ਜੁੜ ਕੇ। ਸਿੱਧ ਗੁਰੂ ਨਾਨਕ ਨੂੰ ਸ਼ਬਦ ਤੋਂ ਦੂਰ ਲਿਜਾਣਾ ਚਾਹੁੰਦੇ ਨੇ, ਤੇ ਗੁਰੂ ਨਾਨਕ ਹਰ ਜਗ੍ਹਾ ਤੇ ਸ਼ਬਦ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਾਤਸ਼ਾਹ ਚਰਚਾ ਦਾ ਆਧਾਰ ਸ਼ਬਦ ਦਾ ਰੱਖਿਆ ਹੋਇਆ ਹੈ। ਪਤਾ ਨਹੀਂ ਅੱਜ ਅਸੀਂ ਸ਼ਬਦ ਤੋਂ ਕਿਉਂ ਦੂਰ ਜਾ ਰਹੇ ਹਾਂ, ਸਾਨੂੰ ਸ਼ਬਦ ਕਿਉਂ ਨਹੀਂ ਸਮਝ ਆਉਂਦਾ, ਅਸੀਂ ਆਪਣੇ ਆਪ ਨੂੰ ਕਿੱਦਾਂ ਪਵਿੱਤਰ ਜੀਵਨ ਵਾਲੇ ਮੰਨ ਲਈਏ। ਜਦੋਂ ਕੋਈ ਮਨੁੱਖ ਸ਼ਬਦ ਤੋਂ ਬੜਾ ਸੁੱਚਾ ਹੀ ਨਹੀਂ ਹੈ, ਸਤਿਗੁਰੂ ਕਹਿੰਦੇ ਇਹ ਤਾਂ ਬਿਰਥੀ ਸਾਖਤ ਕੀ ਆਰਜਾ। ਸ਼ਬਦ ਤੋਂ ਟੁੱਟ ਕੇ ਤਾਂ ਆਰਥ ਆਰਜਾ ਹੀ ਵਿਰਥ ਜਾ ਰਹੀ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੇ ਦੁਰਗੰਧ।
बिन सिमरन दिन रैन बिरथा बिहाए, मेघ बिना ज्यों खेती जाए, गोविंद भजन बिन बृथे सब काम, ज्यों कृपन के निरार्थ दाम। धन तन ते जन जे घट बस्यो हर नाओ, नानक तां के बल बल जाऊं। मैं तो उन्हां तो सदके जिन्हां दे अंदर शब्द है, ਜਿਹੜੇ ਅੰਦਰੋਂ ਸੱਚੇ ਆ। तो बिना सुच्चे बनन तो सुच्चा बाहरों नहीं हुंदा। ये सिद्धो अपने आप ਨੂੰ उत्तम कहा के ਅਸੀਂ ਸੁੱਚੇ नहीं बन सकते। ਇਹ ਤਾਂ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ 'ਚ ਹੀ ਕਹਿ ਦਿੱਤੀ ਸੀ। ਸੁੱਚੇ ਇਹ ਨਾ ਆਖੀਆਂ ਬਹਿਣ ਜਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸਿੱਧੋ ਅਸਲ 'ਚ ਸੁੱਚੇ ਉਹ ਨੇ ਜਿਹੜੇ ਸੁੱਚੇ ਨੇ, ਜਿਨ੍ਹਾਂ ਦੇ ਅੰਦਰ ਸ਼ਬਦ ਦਾ ਵਾਸਾ ਹੈ, ਜਿਨ੍ਹਾਂ ਅੰਦਰ ਸ਼ਬਦ ਦਾ ਨਿਵਾਸ ਹੈ, ਉਹੀ ਇਹ ਗੱਲ ਕਹਿ ਸਕਦੇ ਹਨ। ਪਰ ਸਤਿਗੁਰੂ ਜੀ ਕਹਿਣ ਲੱਗੇ ਸਿੱਧੋ ਬਿਨਾਂ ਸੁੱਚੇ ਹੋਣ ਤੋਂ, ਬਿਨਾਂ ਉਸ ਪਰਮੇਸ਼ਰ ਤੋਂ ਯਾਦ ਵਿੱਚ ਜੁੜਨ ਤੋਂ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਉਹ ਹੈ ਸ਼ਬਦ। तो सतगुरु जी ने देखो पिछली पौड़ी में केवल सवाल सन सिद्धां दे, ते अज दी पौड़ी में गुरु पातशाह ने उन्होंने उत्तर ये दे दिते कि जदों हिरदा नहीं सी, देही नहीं सी, विरागी मन फुरवस्था भी टिकिया होया सी, विरागमन बन के प्राण भी अपने असली घर में उदों वसदे सन। जदों संसार नहीं सी, आकार नहीं सी, केवल निरंकारी जोत सी, जिसका ना कोई वर्ण है, ना कोई रूप है, ना कोई भेख है, ना कोई स्वरूप है। भाव उस वे विस्माद ही विस्माद सी, फुर ही फुर, सुन ही सुन सी, विस्माद ही विस्माद सी। उस निरंकार की कथ कहानी नूं कोई बुद्धिजीवी या विद्वान अपनी अकल के आसरे ते बयान नहीं कर सकते, जो असीं अजकल यतन कर रहे हैं। अपनी अकल के आसरे ते नहीं, ये तो प्यार की खेड है, ये तो शब्द की खेड है। जिहड़ा सिद्धांत इस पौड़ी च दिता गया वो है सच तो बिना कोई मनुख पवित्र नहीं हो सकता। ते सिद्धो असल विच गल सचार बनन दी है, कूड़ की कंध तोड़न दी है। जिन्ने प्रश्न तुसीं करदे हो ये उदों तक हैं जब तक साडे अंदरों कूड़ की कंध नहीं टुटदी। जदों ये कूड़ की कंध टुट जाएगी वो टुटेगी शब्द दे नाल, वो होर साधना नाल नहीं, वो किसी होर तरीके नाल नहीं। वो शब्द है जिहड़ा सानूं पवित्र करदा है, सच्चे दे दर ते सुच्चा बना दिंदा है। ते सुच्चे होण तो बिना उस कथ प्रभु दीआं कहानियां कीतियां नहीं जा सकदियां। ते सुच्चे होण दा ढंग केवल तां केवल परमेश्वर दा शब्द, वो गुरु दा शब्द जो उसने आप उहदे विच समाया होया सी, जो जगत नूं दिता, जगत उधार नहीं दिता। आओ शब्द नाल जुड़िए, शब्द नाल जुड़ के अपने लोक परलोक सहेले करिए जी। इन्ने क बचन प्रवान करने, भुल चुक दी खिमा जी। सारे प्यार साथ फतेह बुलाओ। वाहिगुरू जी का खालसा, वाहिगुरू जी की फतेह।